जी आया नू स्वागत करते हैं जी आया नू सारे ही प्यारे दर्शकों नू और तुहाडा अपना सुनेहे प्रोग्राम लेके आ गए हाँ असी मैं हाँ कमलप्रीत कौर जी मैं हाँ गगनदीप सोंधी दिल जद यार नू दे छड्या फिर अणबण इणबिण उणबुण की बुक्कल दे विच ताण तबूरा तण तण तिण तिण तुण तुण की झांझर यार दी छणक मरेंदी छण छण छिण छिण छुण छुण की वारिस शाह मीर रहमत दा वसदा ते फिर कण कण किण किण कुण कुण की बस तुहाडी ਜਿਹੜੀ ਇੱਕ ਕਵਾਇਦ ਹੈ ਨਾ ਉਹਨੂੰ ਅਸੀਂ ਅੱਗੇ ਤੋਰਨਾ ਕਿਉਂਕਿ ਤੁਹਾਡੀ ਸਾਡੀ ਸਾਂਝ ਬਹੁਤ ਜ਼ਰੂਰੀ ਹੋ ਜਾਂਦੀ ਹੈ ਹਾਰ ਤੇ ਬਸ ਕਮਜ਼ੋਰੀ ਦੀ ਹੈ ਦੁਨੀਆ ਜ਼ੋਰਾ ਜ਼ੋਰੀ ਦੀ ਹੈ ਆ ਦਿਲ ਨੂੰ ਕਾਬੂ ਦੇ ਵਿੱਚ ਰੱਖਿਓ ਸਾਨੂੰ ਆਦਤ ਚੋਰੀ ਦੀ ਹੈ बिल्कुल और चोरी करन दे लई असीं आण पहुंचे हाँ तुहाडा अपना सुनेहे प्रोग्राम लैके और लॉकडाउन तो बाद अज असीं प्रोग्राम दी शुरुआत कर रहे हाँ और साडे दिल दे विच बहुत खुशी है और तुहाडे दिलां दे विच भी बहुत खुशी होए होगी और जदों असीं गल करदे हां कहंदे कि सोहणे हुंदे ने पल सोहणे हुंदे ने घंटे सोहणे हुंदे ने दिन सोहणे हुंदे ने हफ्ते सोहणे हुंदे ने महीने और सोहणे हुंदे ने साल ਇਹ ਸੋਹਣੇ ਉਦੋਂ ਹੀ ਹੁੰਦੇ ਨੇ ਜਦੋਂ ਹੁੰਦੇ ਨੇ ਆਪਣੇ ਨਾਲ ਸੋ ਤੁਸੀਂ ਸਾਡੇ ਆਪਣੇ ਨਾਲ ਹੋ ਔਰ ਇਹ ਸਾਰੇ ਖੂਬਸੂਰਤ ਪਲ ਜਿਨ੍ਹਾਂ ਦੇ ਵਿੱਚ ਅਹਿਸਾਸ ਨੇ ਜਜ਼ਬਾਤ ਨੇ ਪਿਆਰ ਨੇ ਔਰ ਦਿਲਾਂ ਦੇ ਵਿੱਚ ਬਹੁਤ ਹੀ ਉਮੰਗ ਤੇ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਮੂੰਹ ਭਿੱਜੇ ਖੱਤ ਅਸੀਂ ਪੜ੍ਹਦੇ ਹਾਂ ਤੁਹਾਡੇ ਸੁਨੇਹੇ ਤੁਹਾਡੇ ਆਪਣਿਆਂ ਤੱਕ ਪਹੁੰਚਦਾ ਕਰਦੇ ਹਾਂ ਬਿਲਕੁਲ ਜੀ ਸੁੱਖ ਸੁਨੇੜੇ ਘਲਦੀ ਰਹਿੰਦੀ ਯਾਦ ਸੱਜਣ ਦੀ ਚੱਲਦੀ ਰਹਿੰਦੀ ਕਿਉਂਕਿ ਤੁਹਾਡੀਆਂ ਤੇ ਸਾਡੀਆਂ ਯਾਦਾਂ ਜਦੋਂ ਇੱਕਸਾਰ ਇੱਕਮਿਕ ਹੁੰਦੀਆਂ ਨਾ ਤੇ ਫਿਰ ਸਾਨੂੰ ਸੁਨੇਹੇ ਦਾ ਚੇਤਾ ਆ ਜਾਂਦਾ ਕਿ ਅਸੀਂ ਆਪਣੇ ਤੱਕ ਸੁਨੇਹੇ ਪਹੁੰਚਦੇ ਵੀ ਕਰਨੇ ਨੇ ਪਰ ਤੁਸੀਂ ਦੇਖ ਲਓ ਕਿ ਜਦੋਂ ਨਾ ਡੀਡੀ ਪੰਜਾਬੀ ਜਦੋਂ ਅਸੀਂ ਦੂਰਦਰਸ਼ਨ ਦੇ ਉੱਤੇ ਆਏ ਆ ਉਸ ਵੇਲੇ ਸਾਨੂੰ ਲੱਗਾ ਵੀ ਅਸੀਂ ਨਾ ਸਾਰਾ ਹਫਤਾ ਕਿੰਨਾ ਇੰਜੋਏ ਕੀਤਾ ਹੈ ਨਾ ਔਰ ਕਿੰਨਾ ਆਨੰਦ ਆਇਆ ਵੱਖਰੀ ਵੱਖਰੀ ਕਿਸਮ ਦੇ ਪ੍ਰੋਗਰਾਮ ਦੇਖਣ ਨੂੰ ਮਿਲੇ ਗੱਲਾਂ ਤੇ ਗੀਤ ਸ਼ੁਰੂ ਹੋ ਗਿਆ ਬਿਲਕੁਲ ਔਰ ਸੋਮਵਾਰ ਦਾ ਦਿਨ ਉਹ ਖਾਸ ਦਿਨ ਜਿਸ दिन गल्लां ते गीत प्रोग्राम शुरू होया और सजरी सवेर दा आगाज होया और मुड़ तो सारे जाणियां ने अपनी जिहड़ी एक रफ्तार वो फिर दुबारा तो फड़ लई और खुशी होई जदों पहली असी प्रोग्राम दी शुरुआत कीती अरदास दी और कहंदे ने कि जदों भी असी दिन दी शुरुआत करदे हां अरदास तो शुरू करदे हां सरबत दे भले तो करदे हां ते अपने आप ही दिन वो सुखावा हो जांदा है ते साडे प्रोग्राम दी ते शुरुआत ही अरदास तो होई है ना बिल्कुल जी असी आम तौर ते सुणदे हुंदे सीगे भी साडियां बनेरियां ते मोर क्यों नहीं बोलदे अच्छा आवे जदों घटा कनघोर क्यों नहीं बोलदे पिंडां वाली मिट्टी विच पहिलां वाली महक ना तोतियां टटीरियां दी पहिलां वाली चहक ना चंदरे कचूरियां दे चोर क्यों नहीं बोलदे ते साडियां बनेरियां ते मोर क्यों नहीं बोलदे ਉਹ ਮੋਰ ਬੋਲਣ ਲਾਉਣ ਵਾਸਤੇ ਵੀ ਅਸੀਂ ਵਾਤਾਵਰਣ ਦੀ ਦੁਹਾਈ ਦਿੱਤੀ ਬਿਲਕੁਲ ਅਸੀਂ ਇੱਕ ਹੋਕਾ ਦਿੱਤਾ ਤੇ ਹੋਕਾ ਦੇਣ ਵਾਸਤੇ ਸੰਤ ਬਲਵੀਰ ਸਿੰਘ ਸੀਚੇਵਾਲ ਸਾਹਿਬ ਆਏ ਤੇ ਫਿਰ ਸਾਨੂੰ ਹੋਰ ਮਾਣਾ ਮੂਹੀ ਖੁਸ਼ੀ ਹੋਈ ਜਦੋਂ ਅਸੀਂ ਵਾਤਾਵਰਣ ਦੀ ਸੰਭਾਲ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਬਿਲਕੁਲ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਰੋਨਾ ਵਾਇਰਸ ਤੋਂ ਨਿਜਾਤ ਪਾਉਣ ਦੇ ਲਈ ਹੈ ਨਾ ਸਾਨੂੰ ਸਾਰੀਆਂ ਹੀ ਜਿਹੜੀਆਂ ਅਸੀਂ ਕਹਿ ਸਕਦੇ ਸਾਨੂੰ ਗਾਈਡਲਾਈਨਸ ਦਿੱਤੀਆਂ ਨਾ ਟੀਕਾਕਰਨ ਵੀ ਜਿਹੜਾ ਹੈਗਾ ਸ਼ੁਰੂ ਹੋ ਗਿਆ ਉਹਦੇ ਬਾਬਤ ਜਾਣਕਾਰੀ ਦਿੱਤੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜੀ ਕਿ ਅਸੀਂ ਗੱਲਬਾਤ ਕੀਤੀ ਸਾਡੇ ਬਹੁਤ ਹੀ ਖਾਸ ਜਿਹੜੇ ਸੀਗੇ ਜਿਹੜੇ ਓਮ ਪ੍ਰਕਾਸ਼ ਗਾਸੋ ਜੀ ਜਿਹੜੇ ਉਹਨਾਂ ਨੇ ਉਹਨਾਂ ਤੋਂ ਪਹਿਲਾਂ ਜਿਹੜੀ ਹੈਗੀ ਸਾਨੂੰ ਇਹ ਪ੍ਰੋਗਰਾਮ ਦੇ ਵਿੱਚ ਜ਼ਿੰਦਗੀ ਦੇ ਬਾਰੇ ਜੀਵਨ ਦੇ ਬਾਰੇ ਬਹੁਤ ਹੀ ਮਾਣਯੋਗ ਸ਼ਖਸੀਅਤ ਜਿਨ੍ਹਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਫਿਰ ਅਸੀਂ ਗੱਲ ਕੀਤੀ ਡਾਕਟਰ ਦੇ ਨਾਲ ਜਿਹੜੀ ਮੈਂ ਪਹਿਲਾਂ ਹੀ ਗੱਲ ਕਰ ਚੁੱਕੀ ਹੈਗੀ ਬਿਲकुल जी तो ਤੁਸੀਂ ਇੱਕ ਗੱਲ ਭੁੱਲ ਗਏ हौसले फतेह की बुनियाद हुआ करते हैं कांपते हाथों से शमशीर उठाया ना करो ਉਹ ਅਸੀਂ ਗੱਲ ਜ਼ੋਰਾਂ ਦੀ ਵੀ ਕੀਤੀ ਹੈ ਬਿਲਕੁਲ ਤੇ ਜਦੋਂ ਆਏ ਸੀ ਨਾ ਇੱਥੇ ਰੈਸਲਰ ਆਏ ਸੀਗੇ ਉਸ ਵੇਲੇ ਸਾਨੂੰ ਪਤਾ ਲੱਗਾ ਬੋਡੀ ਬਿਲਡਰ ਆਏ ਸੀ ਨਾ ਉਸ ਵੇਲੇ ਪਤਾ ਲੱਗਾ ਵੀ ਅਸੀਂ ਆਪਣੇ ਆਪ ਨੂੰ ਫਿੱਟ ਕਿੱਦਾਂ ਰੱਖਣਾ ਆਪਣੇ ਆਪ ਨੂੰ ਹਿੱਟ ਕਿੱਦਾਂ ਰੱਖਣਾ ਸੋ ਬਹੁਤ ਮਾਇਨਾਜ਼ ਹਸਤੀਆਂ ਜਿਹੜੀਆਂ ਸਾਡਾ ਮਾਰਗਦਰਸ਼ਨ ਕਰਕੇ ਗਈਆਂ ਤੇ ਕੱਲ ਦਾ ਪ੍ਰੋਗਰਾਮ याद ਕੱਲ ਦੇ ਪ੍ਰੋਗਰਾਮ ਦੀ ਗੱਲ ਤਾਂ ਜਿਹੜੀ ਹੈਗੀ ਕਦੀ ਭੁੱਲ ਹੀ ਨਹੀਂ ਸਕਦੀ 300 ਦਿਨ ਦੇ ਕਰੀਬ ਜਿਹੜਾ ਹੈ ਨਾ ਸਾਡਾ ਮਨੋਰੰਜਨ ਕਰਨ ਵਾਲੇ ਸ਼੍ਰੀ ਰਾਜੇਸ਼ ਭਗਤ ਜੀ ਸਾਨੂੰ ਕਿਵੇਂ ਭੁੱਲ ਸਕਦੇ ਨੇ ਬਿਲਕੁਲ ਜਿਨ੍ਹਾਂ ਨੇ ਫੇਸਬੁੱਕ ਤੇ ਲਗਾਤਾਰ ਜਦੋਂ ਅਸੀਂ ਕਹਿੰਦੇ ਲੋਕਡਾਊਨ ਸੀਗਾ ਅਸੀਂ ਸਾਰੇ ਘਰਾਂ ਦੇ ਵਿੱਚ ਸੀ ਉਹਨਾਂ ਨੇ ਆਪਣੇ ਗੀਤ ਗਾ ਗਾ ਕੇ ਸਾਡੇ ਸਾਰਿਆਂ ਦਾ ਮਨੋਰੰਜਨ ਕੀਤਾ ਤੇ ਉਸ ਸ਼ਖਸੀਅਤ ਦਾ ਅਸੀਂ ਤੁਹਾਨੂੰ ਰੂਬਰੂ ਕਰਵਾਇਆ ਸਾਡੇ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਸੋ ਇਹ ਲਗਾਤਾਰ ਪ੍ਰੋਗਰਾਮ ਤੁਹਾਨੂੰ ਵਿਖਾਏ ਨੇ ਔਰ ਅੱਜ ਦੀ ਗੱਲ ਜੇ ਕੀਤੀ ਜਾਵੇ ਦੇਖੋ ਜੀ ਗੱਲ ਅੱਜ ਦੀ ਕਰਨੀ ਹੈ ਕਿਉਂਕਿ ਗੱਲ ਇਹ ਹੈ ਕਿ ਗੱਲ ਉਹ ਨਹੀਂ ਗੱਲ ਦੀ ਗੱਲ ਚੋਂ ਗੱਲ ਕੱਢ ਕੇ ਗੱਲ ਕਰ ਲਈਏ ਕੀ ਗੱਲ ਹੈ ਇਹ ਅੱਜ ਦੀ ਅਸੀਂ ਗੱਲ ਕਰਦੀ ਹਾਂ ਕਿਉਂਕਿ ਦੇਖੋ ਸਮਾਂ ਬਦਲ ਰਿਹਾ ਮੌਸਮ ਬਦਲ ਰਿਹਾ ਔਰ ਬਦਲਦਾ ਹੋਇਆ ਮੌਸਮ ਤੇ ਬਦਲਦੇ ਹੋਏ ਲੋਕ ਜਿਹੜੇ ਹੈਗੇ ਬਹੁਤ ਤਕਲੀਫ ਦਿੰਦੇ ਹੁੰਦੇ ਆ ਇਸ ਕਰਕੇ ਆਪਣਾ ਇਹਤਿਆਤ ਵਰਤੋ ਔਰ ਤੁਸੀਂ ਗੱਲ ਦੇਖੋ ਵੀ ਖਾਣ ਪੀਣ ਦੀ ਵੀ ਆਪਾਂ ਕਰਨੀ ਆ ਸੁਨੇਹਿਆਂ ਦੀ ਵੀ ਕਰਨੀ ਆ
ਤੇ ਕਿਉਂ ਨਾ ਪਿੰਨੀਆਂ ਲੱਗਦਾ ਆ ਲੱਗੀਆਂ ਹੋਈਆਂ ਤੁਹਾਨੂੰ ਹਨਾ। ਮੈਂ ਕਿਹਾ ਜੀ ਪੁੱਛੋ ਨਾ, ਤੁਸੀਂ ਖਾਣ ਪੀਣ ਦੀ ਗੱਲ ਕੀਤੀ ਔਰ ਜਦੋਂ ਅਸੀਂ ਸਿਆਲਾਂ ਦੀ ਗੱਲ ਕਰਦੇ ਆ ਨਾ, ਘਰ ਦੇ ਵਿੱਚ ਜਦੋਂ ਦਾਦੀ ਜਾਂ ਨਾਨੀ ਦੇ ਵੱਲੋਂ ਬਣਾਈਆਂ ਗਈਆਂ ਪਿੰਨੀਆਂ ਹਨਾ, ਜਦੋਂ ਆਉਂਦੀਆਂ ਨੇ ਤਾਂ ਨਾ ਇੱਕ ਚਾਹ ਜਾ ਹੁੰਦਾ ਹੈ ਨਾ, ਕਿਉਂਕਿ ਸਿਆਲਾਂ ਦੀਆਂ ਛੁੱਟੀਆਂ ਹੋਣ ਚਾਹੇ ਗਰਮੀਆਂ ਦੀਆਂ ਛੁੱਟੀਆਂ ਹੋਣ, ਆਪਾਂ ਨਾਨਕੇ ਤਾਂ ਜ਼ਰੂਰ ਜਾਂਦੇ ਆ ਹਨਾ। ਤੇ ਫਿਰ ਇਹ ਹੁੰਦਾ ਹੈ ਕਿ ਬਸ ਜਦੋਂ ਨਾਨੀ ਘਰ ਜਾਵਾਂਗੇ ਮੋਟੇ ਹੋ ਕੇ ਆਵਾਂਗੇ, ਤੇ ਮੋਟੇ ਹੋਣ ਦਾ ਇਹੀ ਕਾਰਨ ਹੁੰਦਾ ਹੈ ਕਿ ਇੰਨਾ ਕੁਝ ਖਾਣ ਪੀਣ ਨੂੰ ਹੁੰਦਾ ਹੈ। ਬਸ ਨਾਨੀ ਕਹਿੰਦੀ ਤੂੰ ਬੜਾ ਪਤਲਾ ਜਿਹਾ ਲੱਗਦੀ ਆ, ਇਹ ਵੀ ਖਾ ਹਨਾ। ਪਿਆਰ ਜਿਹੜਾ ਸਰਦੀਆਂ ਦਾ ਨਾ ਇੱਕ ਫਾਇਦਾ ਵੈਸੇ। ਕੀ ਫਾਇਦਾ? ਇਹਦੇ ਵਿੱਚ ਗਰਮੀ ਨਹੀਂ ਲੱਗਦੀ। ਬਹੁਤ ਦੇਖੋ ਇਹ ਵਧੀਆ ਫਾਇਦਾ। ਸਰਦੀਆਂ ਵਿੱਚ ਇੱਕ ਹੋਰ ਫਾਇਦਾ ਕਿਹੜਾ? ਡਰਾਈ ਫਰੂਟਸ ਖਾ ਸਕਦੇ ਹਾਂ ਅਸੀਂ। ਹਾਂ ਲੈ ਦੱਸੋ। ਅਸੀਂ ਤਾਂ ਇੰਨੇ ਗਰੀਬ ਸੀ ਅਸੀਂ ਡਰਾਈ ਫਰੂਟਸ ਖਾ ਕੇ ਗੁਜ਼ਾਰਾ ਕਰਦੇ ਸੀਗੇ। ਅੱਛਾ ਜੀ, ਰੋਟੀ ਥੋੜੀ ਲੱਗਦੀ ਹੁੰਦੀ ਸੀਗੀ। ਠੀਕ ਆ। ਹੁਣ ਇੱਕ ਆਪਾਂ ਮਾਫੀ ਚਾਹੁੰਦੀ ਹਾਂ, ਮੈਂ ਤੁਹਾਡੀ ਗੱਲ ਠੋਕ ਰਹੀ ਹਾਂ ਕਿਉਂਕਿ ਮੈਨੂੰ ਲੱਗਾ ਕਿ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਇੱਕ ਸਾਂਝ ਪਾਉਣੀ ਹੈ। ਇੱਕ ਛੋਟਾ ਜਿਹਾ ਜਿਹੜਾ ਹੈਗਾ ਆਪਾਂ ਉਹਨਾਂ ਨੂੰ ਦੱਸ ਦਈਏ ਕਿ ਸਾਡੀ ਜਿਹੜੀ ਈਮੇਲ ਆਈਡੀ, ਅਸੀਂ ਜਿਹੜੀ ਸਾਡੀ ਪੁਰਾਣੀ ਵਾਲੀ ਈਮੇਲ ਆਈਡੀ ਹੈ ਉਹਦੇ ਤੇ ਤੁਸੀਂ ਆਪਣੇ ਜਿਹੜੇ ਸੁਨੇਹੇ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਤੁਸੀਂ ਨੋਟ ਕਰ ਲਓ, sunehe@gmail.com। ਇਹ ਸਾਡੀ ਈਮੇਲ ਆਈਡੀ ਹੈ। ਅਗਰ ਤੁਸੀਂ ਆਪਣੇ ਪਿਆਰਿਆਂ ਦੇ ਸੁਨੇਹੇ ਸਾਡੇ ਤੱਕ ਪਹੁੰਚਦਾ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਈਏ ਤੁਹਾਡੇ ਜ਼ਰੀਏ, ਔਰ ਅਸੀਂ ਇਹ ਜ਼ਰੂਰ ਕਰਾਂਗੇ। ਔਰ ਨਾਲ ਦੀ ਨਾਲ ਅਸੀਂ ਸੁਨੇਹੇ ਪ੍ਰੋਗਰਾਮ ਦੇ ਵਿੱਚ ਫੋਟੋ ਸ਼ਾਮਿਲ ਕਰਾਂਗੇ ਔਰ ਭੇਜਣ ਵਾਲਿਆਂ ਦੇ ਨਾਮ ਵੀ ਬੋਲਾਂਗੇ ਔਰ ਤੁਹਾਡੀ ਖੁਸ਼ੀ ਨੂੰ ਚਾਰ ਚੰਦ ਵੀ ਲਾ ਦੇਵਾਂਗੇ। ਔਰ ਸੁਨੇਹੇ ਉਸੇ ਤਰ੍ਹਾਂ ਨਾਲ ਚੱਲੇਗਾ ਕਿਉਂਕਿ ਸਾਡਾ ਤੇ ਤੁਹਾਡਾ ਰਿਸ਼ਤਾ ਜਿਹੜਾ ਹੈ ਉਹ ਇੰਨਾ ਜ਼ਿਆਦਾ ਗੂੜਾ ਹੈ ਕਿ ਅਸੀਂ ਇਸ ਰਿਸ਼ਤੇ ਨੂੰ ਕਦੀ ਵੀ, ਮੈਨੂੰ ਲੱਗਦਾ, ਪਾਕੀਜ਼ਗੀ ਦੇ ਮਿਆਰ ਤੋਂ ਥੱਲੇ ਨਹੀਂ ਉਤਰਨ ਦੇਣਾ ਆਪਾਂ, ਹੈ ਨਾ। ਮੈਂ ਤਾਂ ਤੁਹਾਨੂੰ ਇਹ ਦੱਸਦਾ ਵੀ ਸਰਦੀਆਂ ਦੀ ਗੱਲ ਕੀਤੀ ਨਾ, ਕਹਿੰਦੇ ਨਾ ਵੀ ਖਾ ਕੇ ਜਾਂਦੇ ਢਿੱਡਾਂ ਨੂੰ ਵਧਾਈ ਆ, ਫਿਰ ਲੋਕੀ ਆਖਦੇ ਗਰੀਬੀ ਆਈ ਆ, ਹਨਾ। ਫਿਰ ਅਸੀਂ ਦੇਖੋ ਖਾਣ ਪੀਣ ਦਾ ਅਸੀਂ ਖਾਸ ਖਿਆਲ ਰੱਖਣਾ। ਇੱਕ ਜਾਣੇ ਨੇ ਤਾਂ ਤੋਤਾ ਰੱਖ ਲਿਆ, ਪਹਿਲੇ ਦਿਨ ਉਹਨੂੰ ਪਾਈਆਂ ਮਿਰਚਾਂ, ਦੂਜੇ ਦਿਨ ਫੇਰ ਮਿਰਚਾਂ, ਤੀਜੇ ਦਿਨ ਫੇਰ ਮਿਰਚਾਂ ਹੀ ਪਾ ਦਿੱਤੀਆਂ। 15ਵੇਂ ਦਿਨ ਜਾ ਕੇ ਉਹਨੂੰ ਪਤਾ ਲੱਗਾ ਵੀ ਤੋਤਾ ਤਾਂ ਚੂਰੀ ਖਾਂਦਾ ਹੁੰਦਾ। 15ਵੇਂ ਦਿਨ ਜਾ ਕੇ ਤੋਤੇ ਨੂੰ ਕਹਿੰਦਾ ਤੋਤਾ ਰਾਮ ਚੂਰੀ ਖਾਣੀ ਆ। ਤੋਤਾ ਕਹਿੰਦਾ ਕੀ ਗੱਲ ਮਿਰਚਾਂ ਮੁੱਕ ਗਈਆਂ। ਇਹ ਹਾਲਾਤ ਹੋਏ ਪਏ। ਤੋਤਾ ਵੀ ਸ਼ੈਤਾਨ ਸੀ ਨਾ ਅੱਗਿਓ ਨਾ। ਮਤਲਬ ਹਾਲਾਤਾਂ ਦੇ ਨਾਲ ਜਦੋਂ ਅਸੀਂ ਕਿਸੇ ਚੀਜ਼ ਚੋਂ ਨਿਕਲਦੇ ਆ, ਮੈਨੂੰ ਲੱਗਦਾ ਸਭ ਤੋਂ ਵੱਡਾ ਆਸਰਾ ਹੁੰਦਾ ਸਾਡੇ ਪਰਿਵਾਰ ਦਾ, ਸਾਡੇ ਪਰਿਵਾਰ ਦੇ ਮੋਹ ਦਾ, ਸਾਡੇ ਪਰਿਵਾਰ ਦੇ ਹਰੇਕ ਉਸ ਪਲ ਦਾ ਜਿਹਦੇ ਵਿੱਚ ਸਾਡੇ ਨਾਲ ਹਮੇਸ਼ਾ ਉਹ ਹੁੰਦੇ ਨੇ। ਚਾਹੇ ਅਸੀਂ ਮਾਂ-ਬਾਪ ਦੀ ਗੱਲ ਕਰ ਲਈਏ, ਚਾਹੇ ਅਸੀਂ ਭੈਣ ਭਰਾਵਾਂ ਦੀ ਗੱਲ ਕਰ ਲਈਏ, ਚਾਹੇ ਬਹੁਤ ਸਾਰੇ ਰਿਸ਼ਤੇ ਨੇ ਸਾਡੇ ਕੋਲ। ਔਰ ਅਸੀਂ ਹਮੇਸ਼ਾ ਜਦੋਂ ਸਵੇਰ ਦੀ ਸ਼ੁਰੂਆਤ ਕਰਦੇ ਹਾਂ, ਅਸੀਂ ਘਰ ਦੇ ਵਿੱਚ ਹੀ ਨਿਗਾਹ ਮਾਰਦੇ ਹਾਂ, ਸਾਡੇ ਕੋਲ ਸਾਡੇ ਜਿੰਨੇ ਇੰਨੇ ਰਿਸ਼ਤੇ ਨੇ ਉਹਨਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ, ਹਨਾ। ਔਰ ਜਿਹੜਾ ਉਹ ਪਿਆਰ ਹੈ, ਜਿਹੜਾ ਉਹ ਸਤਿਕਾਰ ਹੈ, ਸਿਰਫ ਸਾਨੂੰ ਰਿਸ਼ਤਿਆਂ ਦੇ ਵਿੱਚ ਹੀ ਮਿਲ ਸਕਦਾ ਹੈ। ਔਰ ਇਹੀ ਰਿਸ਼ਤਿਆਂ ਦੀ ਖੂਬਸੂਰਤੀ ਬਿਆਨ ਕਰਦਾ ਹੈ ਸਾਡਾ ਪ੍ਰੋਗਰਾਮ ਸੁਨੇਹੇ। ਜੀ, ਜੰਗਲਾਂ ਵਿੱਚ ਜਾ ਕੇ ਬੰਦਿਆਂ ਤੋਂ ਕੀ ਫਿਰਨਾ ਭਾਲਦਾ, ਕੋਈ ਨਹੀਂ ਤੀਰਥ ਬੰਦਿਆ ਮਾਪਿਆਂ ਦੀ ਸੇਵਾ ਨਾਲ ਦਾ। ਸੋ ਮਾਪਿਆਂ ਦੀ ਸੇਵਾ ਨਾਲ ਦਾ ਕੋਈ ਵੀ ਤੀਰਥ ਨਹੀਂ ਹੁੰਦਾ। ਇਸ ਕਰਕੇ ਮਾਪੇ ਜਿਹੜੇ ਨੇ ਉਹ ਰੱਬ ਹੁੰਦੇ ਨੇ ਤੇ ਇਸ ਕਰਕੇ ਉਹਨਾਂ ਦਾ ਸਤਿਕਾਰ, ਉਹਨਾਂ ਦਾ ਪਿਆਰ ਬਹੁਤ ਜ਼ਰੂਰੀ ਹੁੰਦਾ। ਤੇ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਪਿਆਰ ਸਤਿਕਾਰ ਹੈਗਾ ਨਾ ਉਹ ਵਧਾ ਲੈਣਾ ਚਾਹੀਦਾ ਆਪਾਂ ਨੂੰ। ਮੈਂ ਆਪਣਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰਨ ਜਾ ਰਹੀ ਹਾਂ। ਮੇਰੇ ਤੇ ਸਿਰ ਤੇ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਹੈ, ਬਿਲਕੁਲ ਉਹ ਇਹ ਜ਼ਿੰਮੇਵਾਰੀ ਹੈ ਕਿ ਅੱਜ ਅਸੀਂ ਜਿਹੜੇ ਪ੍ਰੋਗਰਾਮ ਦੇ ਵਿੱਚ ਲਗਾਤਾਰ ਫੋਟੋਜ਼ ਜਾਂ ਅਸੀਂ ਜਿਹੜੀਆਂ ਬਰਥਡੇ ਵਿਸ਼ ਜਾਂ ਮੈਰਿਜ ਐਨੀਵਰਸਰੀ ਦੇਣੀਆਂ ਨੇ ਉਹ ਆਪਾਂ ਸ਼ੁਰੂ ਕਰੀਏ। ਫਿਰ ਮੈਂ ਕਿਹਾ ਜੀ ਸ਼ੁਰੂ ਕਰਨਾ ਬਿਲਕੁਲ। ਮੈਨੂੰ ਤਾਂ ਇੱਕ ਬੰਦੇ ਨੇ ਪੁੱਛਿਆ, ਕਹਿੰਦਾ ਕੀ ਕੰਮ ਕਰਦਾ ਹੁੰਦਾ? ਮੈਂ ਕਿਹਾ 6 ਦਿਨ ਵਿਹਲੇ। ਤੇ ਕਹਿੰਦਾ ਐਤਵਾਰ ਨੂੰ। ਮੈਂ ਕਿਹਾ ਐਤਵਾਰ ਨੂੰ ਤਾਂ ਛੁੱਟੀ ਹੁੰਦੀ ਆ ਕਰੋਨਾ ਦੇ ਦੌਰ ਦੇ ਵਿੱਚ ਮੈਂ ਕੀਤਾ। ਹੁਣ ਤੁਸੀਂ ਕੰਮ ਸ਼ੁਰੂ ਕਰੋ। ਹੁਣ ਆਪਣਾ ਜਿਹੜਾ 7ਵੇਂ ਦਿਨ ਜਿਹੜੀ ਬਹੁਤ ਵੱਡੀ ਜਿਹੜੀ ਰਿਸਪੌਂਸਿਬਿਲਿਟੀ ਸਾਡੇ ਸਿਰ ਤੇ ਹੈ ਕਿ ਅਸੀਂ ਉਹਨਾਂ ਦੇ ਜਿਹੜੇ ਸੁਨੇਹੇ ਪਹੁੰਚਦਾ ਕਰਨੇ ਨੇ, ਜਿਨ੍ਹਾਂ ਨੇ ਸਾਨੂੰ ਖੱਤ ਲਿਖੇ ਨੇ, ਜਿਨ੍ਹਾਂ ਨੇ ਸਾਨੂੰ ਈਮੇਲ ਭੇਜੀਆਂ ਨੇ। ਔਰ ਸਭ ਤੋਂ ਪਹਿਲਾਂ ਮੁਬਾਰਕ ਅਸੀਂ ਦੇਣਾ ਚਾਹੁੰਦੇ ਹਾਂ 14 ਜਨਵਰੀ ਰੋਹਤਾਬ ਸਿੰਘ ਬਾਜਵਾ ਨੂੰ। ਰੋਹਤਾਬ ਸਿੰਘ ਬਾਜਵਾ ਬਹੁਤ ਮੁਬਾਰਕਾਂ ਤੁਹਾਨੂੰ। ਔਰ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਨੇ ਜਗ ਨੂੰ ਰੋਸ਼ਨਾਇਆ, ਫੁੱਲਾਂ ਦੀਆਂ ਸੁਗੰਧੀਆਂ ਨੇ ਹਵਾ ਨੂੰ ਮਹਿਕਾਇਆ, ਪੰਛੀਆਂ ਨੇ ਹੱਸ ਕੇ ਗਾਣਾ ਗਾਇਆ ਤੇ ਕਿਹਾ ਰੋਹਤਾਬ ਦਾ ਜਨਮ ਦਿਨ ਆਇਆ। ਰੋਹਤਾਬ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਔਰ ਪਰਿਵਾਰ ਨੂੰ ਵੀ ਬਹੁਤ ਮੁਬਾਰਕਾਂ। ਭੇਜਣ ਵਾਲੇ ਨੇ ਦਾਦਾ ਬਲਵੰਤ ਸਿੰਘ ਬਾਜਵਾ, ਦਾਦੀ ਬਲਵਿੰਦਰ ਕੌਰ ਬਾਜਵਾ, ਪਿਤਾ ਅਮਰਿੰਦਰ ਸਿੰਘ ਬਾਜਵਾ, ਮੰਮੀ ਰੁਪਿੰਦਰ ਕੌਰ ਬਾਜਵਾ, ਚਾਚਾ ਦਿਲਰਾਜ ਸਿੰਘ ਬਾਜਵਾ, ਭਰਾ ਸੁਰਖਾਬ ਸਿੰਘ ਬਾਜਵਾ ਤੇ ਸਾਰੇ ਹੀ ਬਾਜਵਾ ਫੈਮਿਲੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ। ਸੋ ਖੁਸ਼ੀਆਂ ਖੇੜਿਆਂ ਦਾ ਦਿਨ ਜਦੋਂ ਰੋਹਤਾਬ ਨੇ ਜਨਮ ਲਿਆ। ਔਰ ਰੋਹਤਾਬ ਦੀ ਖੂਬਸੂਰਤ ਫੋਟੋ ਨੂੰ ਦੇਖ ਕੇ ਦੇਖਣ 'ਚ ਲੱਗਦਾ ਸੀਗਾ ਨਾ ਕਿ ਗੁੱਸੇ ਜਿਹੇ 'ਚ ਖੜਾ ਹੈਗਾ ਆ, ਪਰ ਗੁੱਸੇ 'ਚ ਇੰਨਾ ਖੂਬਸੂਰਤ ਲੱਗਦਾ ਹੈ, ਹੱਸਦਾ ਹੋਇਆ ਕਿੰਨਾ ਖੂਬਸੂਰਤ ਲੱਗਦਾ ਹੋਏਗਾ ਨਾ। ਬਹੁਤ ਜੀ। ਦੇਖੋ ਜੀ, ਜਿਹੜਾ ਹਾਸਾ ਹੁੰਦਾ ਨਾ ਇਹ ਇੱਕ ਰੂਹ ਦੀ ਗਜ਼ਾ ਹੁੰਦੀ ਹੈ। ਔਰ ਤੁਸੀਂ ਦੇਖ ਲਓ ਵੀ ਇਦਾਂ ਦੇ ਨਿਆਣੇ ਜਿਹੜੇ ਹੈ ਨਾ, ਇਹਨਾਂ ਦੇ ਕੋਲੋਂ ਮਾਸਟਰ ਕਿਤੇ ਪੁੱਛ ਲਿਆ ਨਾ, ਕਹਿ ਦੇਵੇ ਅਸੀਂ ਪਾਣੀ ਕਿਉਂ ਪੀਂਦੇ ਆ, ਕਹਿੰਦਾ ਅਸੀਂ ਪਾਣੀ ਖਾ ਨਹੀਂ ਸਕਦੇ।
ਇਸ ਕਰਕੇ ਪੀਂਦੇ ਆ। ਇਦਾਂ ਦੇ ਹਾਲਾਤ ਵੀ ਬਣਾ ਦਿੰਦੇ ਆ। ਇੱਕ ਹੋਰ ਰੋਹਤਾਬ ਦੀ ਮੈਨੂੰ ਗੱਲ ਪਤਾ ਲੱਗੀ। ਰੋਹਤਾਬ ਨੂੰ ਨਾ ਪੁੱਛਿਆ ਕਿ ਸਕੂਲ ਤੂੰ ਜਾ ਰਿਹਾ ਹੈਗਾ ਆ ਤੇ ਸਕੂਲ ਜਲਦੀ ਕਿਉਂ ਨਹੀਂ ਤੂੰ ਪਹੁੰਚਿਆ, ਹਨਾ। ਉਹਦੀ ਮੰਮਾ ਨੇ ਗੱਲ ਪੁੱਛ ਲਈ ਤੇ ਅੱਗੇ ਟੀਚਰ ਨੇ ਵੀ ਡਾਂਟ ਦਿੱਤਾ ਕਿ ਤੂੰ ਸਕੂਲ ਜਲਦੀ ਕਿਉਂ ਨਹੀਂ ਗਿਆ ਆਇਆ। ਕਹਿੰਦਾ ਅੱਗੇ ਮੈਂ ਬੋਰਡ ਲਿਖਿਆ ਹੋਇਆ ਸੀ ਜਿੱਤੇ ਲਿਖਿਆ ਸੀਗਾ ਅੱਗੇ ਸਕੂਲ ਹੈ ਹੌਲੀ ਚੱਲੋ। ਸੋ ਨਿਆਣੇ ਜਿਹੜੇ ਹੈਗੇ ਉਹ ਆਪਣਾ ਨਿਆਣਪੁਣਾ ਛੱਡਦੇ ਨੇ, ਕਿਉਂਕਿ ਸਾਡੇ ਕੋਲ ਜਦੋਂ ਅਸੀਂ ਉਮਰ ਦੇ ਵਿੱਚ ਉਮਰ ਦਰਾਜ਼ ਹੋ ਜਾਂਦੇ ਆ, ਸਾਡੇ ਨੰਬਰ ਵਧਦੇ ਰਹਿੰਦੇ ਨੇ, ਉਮਰ ਵਧਦੀ ਰਹਿੰਦੀ ਆ, ਪਰ ਜੇ ਅਸੀਂ ਜ਼ਿੰਦਗੀ ਦੇ ਵਿੱਚੋਂ ਬਚਪਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਕਾਇਮ ਰੱਖੀਏ ਤਾਂ ਫਿਰ ਸਾਡੇ ਵਿੱਚੋਂ ਉਹ ਸ਼ਰਾਰਤਾਂ ਜਾ ਨਹੀਂ ਸਕਦੀਆਂ। ਇਸ ਕਰਕੇ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਜੀਵੀਏ ਨਾ ਕਿ ਕੱਟੀਏ। ਹਾਂ ਬਿਲਕੁਲ। ਔਰ ਅਗਲੀ ਮੁਬਾਰਕਬਾਦ ਅਸੀਂ ਦੇਣਾ ਚਾਹੁੰਦੇ ਹਾਂ 17 ਜਨਵਰੀ ਅਕਸ਼ਿਮਾ ਕੱਕੜ ਨੂੰ। ਅਕਸ਼ਿਮਾ ਕੱਕੜ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ। ਔਰ ਭੇਜਣ ਵਾਲੇ ਨੇ ਪਾਪਾ ਅਜੇ ਕੱਕੜ, ਮੰਮੀ ਮਧੂ ਕੱਕੜ, ਉਹਨਾਂ ਦੀ ਸਿਸਟਰ ਵੰਸ਼ਿਤਾ ਕੱਕੜ ਤੇ ਸਾਰੀ ਹੀ ਕੱਕੜ ਫੈਮਿਲੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ। ਔਰ ਸੱਚਮੁੱਚ ਜਦੋਂ ਇੱਕ ਪਿਤਾ ਦਾ ਮੋਹ ਭਿੱਜਿਆ ਖੱਤ ਆਉਂਦਾ ਹੈ ਜਾਂ ਈਮੇਲ ਆਈਡੀ ਆਉਂਦੀ ਹੈ ਔਰ ਉਹਦੇ ਵਿੱਚ ਸਾਨੂੰ ਇੱਕ ਈਮੇਲ ਆਈ ਹੈ ਕਿ ਸਪੈਸ਼ਲ ਜਿਹੜੀਆਂ ਵਿਸ਼ੇਸ ਨੇ ਉਹ ਪਾਪਾ ਦੇ ਵੱਲੋਂ ਨੇ। ਸੱਚੀ ਜੇ ਗੱਲ ਕੀਤੀ ਜਾਵੇ ਧੀ ਤੇ ਪਿਓ ਦਾ ਰਿਸ਼ਤਾ ਜਿਹੜਾ ਬਹੁਤ ਹੀ ਸੋਹਣਾ, ਬਹੁਤ ਹੀ ਖੂਬਸੂਰਤ ਰਿਸ਼ਤਾ ਹੁੰਦਾ ਹੈ। ਬਿਲਕੁਲ ਮੋਹ ਨਾਲ ਭਿੱਜਿਆ ਹੋਇਆ, ਅਹਿਸਾਸਾਂ ਨਾਲ ਭਿੱਜਿਆ ਹੋਇਆ, ਭਾਵੇਂ ਕਿ ਪਿਓ ਬਿਆਨ ਨਹੀਂ ਕਰ ਸਕਦਾ, ਪਰ ਜਦੋਂ ਇਦਾਂ ਦਾ ਕੁਝ ਆਪਣੇ ਬੱਚਿਆਂ ਦੇ ਲਈ ਕਰਦਾ ਹੈ ਤਾਂ ਸੱਚਮੁੱਚ ਲੱਗਦਾ ਹੈ ਕਿ ਇਹ ਤੋਂ ਬੈਸਟ ਸਾਡੇ ਪਾਪਾ ਹੋ ਹੀ ਨਹੀਂ ਸਕਦੇ। ਬਿਲਕੁਲ ਜੀ। ਸਾਰੀਆਂ ਔਕੜਾਂ, ਸਾਰੀਆਂ ਦੁੱਖ, ਸਾਰੀਆਂ ਤਕਲੀਫਾਂ ਸਹਿੰਦਾ ਜੋ ਆਪ ਹੁੰਦਾ ਹੈ ਉਹ ਭਾਈ ਹੋਰ ਕੋਈ ਨਹੀਂ ਹੁੰਦਾ, ਉਹ ਬਾਪ ਹੁੰਦਾ ਹੈ। ਸੋ ਬਾਪ ਦੀ ਜਿਹੜੀ ਹੈਗੀ ਆ ਉਹ ਸੂਰਜ ਦੀ ਰੋਸ਼ਨੀ ਦੇ ਵਾਂਗੂ ਇੱਕ ਹੁੰਦੀ ਹੈ ਕਿ ਕਦੇ ਕਦੇ ਨਾ ਨਿੰਮ ਦੇ ਵਾਂਗੂ ਕੌੜਾ ਲੱਗਦਾ, ਅਸੀਂ ਫਿਰ ਉਹਨੂੰ ਹਕਾਰਤ ਦੀ ਨਿਗਾਹ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਆ। ਪਰ ਉਹ ਜਦੋਂ ਕਹਿੰਦੇ ਹੁੰਦੇ ਨਿੰਮ ਕੌੜੀ ਜ਼ਰੂਰ ਹੁੰਦੀ ਆ ਪਰ ਬਹੁਤ ਲਾਭਦਾਇਕ ਹੁੰਦੀ ਆ। ਤੇ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਪਿਤਾ ਦੀ ਝਿੜਕ ਜਿਹੜੀ ਹੈ ਨਾ ਉਹ ਸੁਣ ਲਿਆ ਕਰੀਏ। ਕਹਿੰਦਾ ਜੇ ਮੈਂ ਆਪਣੇ ਪਿਓ ਦੀ ਸੁਣੀ ਹੁੰਦੀ ਨਾ ਤੇ ਅੱਜ ਮੈਂ ਏਦਾਂ ਨਾ ਹੁੰਦਾ। ਮੈਂ ਕਿਹਾ ਵੀ ਕੀ ਤੇਰਾ ਡੈਡੀ ਕਹਿੰਦਾ ਕੀ ਸੀ? ਕਹਿੰਦਾ ਜੇ ਸੁਣੀ ਹੁੰਦੀ ਤਾਂ ਦੱਸਦਾ, ਮੈਂ ਸੁਣੀ ਨਹੀਂ ਹੈ। ਸੋ ਸਮੇਂ ਤੇ ਰਹਿੰਦੇ ਸੁਣ ਲੈਣੀ ਚਾਹੀਦੀ ਆ। ਸੱਚ ਹੀ ਕਿਹਾ ਸਿਆਣਿਆਂ ਨੇ, ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਹੀ ਪਤਾ ਚੱਲਦਾ ਹੈ। ਸੋ ਆਪਣੇ ਮਾਂ-ਬਾਪ ਦਾ ਹਮੇਸ਼ਾ ਹੀ ਖਿਆਲ ਰੱਖੋ ਔਰ ਧੀਆਂ ਤੇ ਪਿਓਆਂ ਦਾ ਜਿਹੜਾ ਪਿਆਰ ਹੈ ਹਮੇਸ਼ਾ ਹੀ ਬਰਕਰਾਰ ਰਹੇ। ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਔਰ ਅਗਲੀ ਜਿਹੜੀ ਹੈਗੀ ਮੁਬਾਰਕਬਾਦ ਅਸੀਂ ਨਤਾਸ਼ਾ ਨੂੰ ਦੇ ਰਹੇ ਹਾਂ 17 ਜਨਵਰੀ। ਬਹੁਤ ਹੀ ਖੂਬਸੂਰਤ ਤਸਵੀਰ ਔਰ ਇਹ ਭੇਜਣ ਵਾਲੇ ਨੇ ਉਹਨਾਂ ਦੇ ਮੰਮੀ ਸ਼ਸ਼ੀ ਸੇਠੀ, ਪਾਪਾ ਬੰਟੀ ਜੀ ਤੇ ਉਹਨਾਂ ਦੇ ਸੱਸ ਸਹੁਰੇ ਵੱਲੋਂ ਵੀ ਮੁਬਾਰਕਾਂ ਭੇਜੀਆਂ ਨੇ। ਉਹਨਾਂ ਦੇ ਹਸਬੈਂਡ ਵੱਲੋਂ, ਸਾਰਾਂਸ਼ ਵੱਲੋਂ ਤੇ ਫੈਮਿਲੀ ਦੇ ਵਿੱਚ ਆਕਾਸ਼, ਗੁੱਡੂ ਤੇ ਗੌਰੀ ਦੇ ਵੱਲੋਂ ਮੁਬਾਰਕਾਂ ਭੇਜੀਆਂ ਨੇ। ਸੋ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ। ਇਸੇ ਤਰ੍ਹਾਂ ਹੀ ਖੁਸ਼ ਰਹੋ ਤੁਸੀਂ, ਹਮੇਸ਼ਾ ਹੀ ਖੇੜੇ ਤੁਹਾਡੇ ਵਿਹੜੇ ਦੇ ਵਿੱਚ ਨੱਚਦੇ ਰਹਿਣ, ਹੱਸਦੇ ਰਹਿਣ। ਬਿਲਕੁਲ ਜੀ, ਇਸੇ ਤਰ੍ਹਾਂ ਖੂਬਸੂਰਤੀ ਬਣੀ ਰਹੇ, ਕਿਉਂਕਿ ਖੂਬਸੂਰਤ ਕੁਝ ਨਹੀਂ ਹੁੰਦਾ, ਖੂਬਸੂਰਤ ਸਿਰਫ ਖਿਆਲ ਹੁੰਦਾ, ਬਾਕੀ ਤਾਂ ਸਭ ਆਵਾ ਗਾਉਣ ਦੀਆਂ ਗੱਲਾਂ ਨੇ। ਬਸ ਦਿਲ ਮਿਲਿਆਂ ਦਾ ਸਵਾਲ ਹੁੰਦਾ। ਤੁਹਾਡੇ ਨਾਲ ਅੱਜ ਦਿਲ ਮਿਲ ਗਿਆ, ਸਾਨੂੰ ਯਕੀਨ ਹੋ ਗਿਆ ਕਿ ਸੱਚੀ ਮੁੱਚੀ ਤੁਸੀਂ ਸਾਡੇ ਆਪਣੇ ਹੋ, ਹਮਰਾਜ਼ ਹੋ, ਹਮਸਫਰ ਹੋ, ਹਮਰਾਹੀ ਹੋ। ਇਸੇ ਕਰਕੇ ਤੁਹਾਡੇ ਨਾਲ ਅਸੀਂ ਤੁਰੇ ਜਾ ਰਹੇ ਹਾਂ। ਬਾਕੀ ਗੱਲ ਜਦੋਂ ਅਸੀਂ ਰਿਸ਼ਤਿਆਂ ਦੀ ਕਰਦੇ ਹਾਂ ਨਾ ਤਾਂ ਰਿਸ਼ਤਿਆਂ ਉੱਤੇ ਭਾਰੂ ਪੈ ਗਿਆ ਫੋਨ। ਹਾਂ ਬਿਲਕੁਲ ਸਹੀ। ਜਿੱਥੇ ਅਸੀਂ ਆਪ ਜਾ ਕੇ ਵਿਸ਼ੇਸ ਦੇਣੀਆਂ ਹੁੰਦੀਆਂ ਉੱਥੇ ਸਾਡਾ ਜਿਹੜਾ ਫੋਨ ਹੈ ਨਾ ਉਹਦੇ ਰਾਹੀਂ ਅਸੀਂ ਮੈਸੇਜ ਕਰਦੇ ਹਾਂ। ਫੋਨ ਦੇ ਨਾਲ ਸਾਡੇ ਵਿੱਚ ਕ੍ਰਾਂਤੀ ਜ਼ਰੂਰ ਆਈ ਆ, ਸਹੂਲਤ ਜ਼ਰੂਰ ਹੋਈ ਆ, ਪਰ ਇਹਨੇ ਕਈ ਰਿਸ਼ਤੇ ਦੂਰ ਕਰ ਦਿੱਤੇ ਆ। ਉਹ ਕੀ ਸੋਚ ਕੇ ਬਣਾਇਆ ਸੀਗਾ ਫੋਨ ਨੂੰ, ਇਹਨੇ ਪਾਣੀ ਕਰ ਦਿੱਤਾ ਸਾਡੇ ਖੂਨ ਨੂੰ। ਲਵ ਚੰਨਣ ਕੇ ਖੂਨ ਵਾਲੇ ਰਿਸ਼ਤੇ ਇਹਨੇ ਚੂਰੋ ਚੂਰ ਕਰਤੇ। ਕੰਮ ਫੋਨ ਦਾ ਸੀ ਦੂਰ ਵਾਲੇ ਨੇੜੇ ਲੈ ਕੇ ਆਉਣਾ, ਇਹਨੇ ਨੇੜੇ ਵਾਲੇ ਦੂਰ ਕਰ ਦਿੱਤੇ। ਹਾਂ ਬਿਲਕੁਲ। ਪਰ ਜਦੋਂ ਫੋਨ ਦੀ ਅਸੀਂ ਗੱਲ ਕਰਦੇ ਪਰ ਐਡੀ ਦੂਰ ਬੈਠੇ ਹੋਏ ਅੱਜ ਕਿੰਨਾ ਸੁਖਾਵਾਂ ਹੋ ਗਿਆ ਹੈਗਾ ਹੈ ਨਾ। ਦੇਖੋ ਫੋਨ ਦੇ ਜ਼ਰੀਏ ਰਾਹੀਂ ਅੱਗੇ ਚਿੱਠੀਆਂ ਲਿਖ ਕੇ ਪਾਉਣੀਆਂ ਹੈ ਨਾ, ਤੇ ਉਹ ਵੀ ਪਿਆਰ ਹੁੰਦਾ ਸੀ। ਅੱਜ ਕੱਲ ਈਮੇਲ ਦਾ ਰਿਵਾਜ ਚੱਲ ਪਿਆ ਤੇ ਇਹ ਵੀ ਸਭ ਕੁਝ ਜਿਹੜਾ ਹੈਗਾ ਇਲੈਕਟ੍ਰੋਨਿਕ ਮੀਡੀਆ ਜਿਹੜਾ ਸਾਡੇ ਕੋਲ ਆ ਗਿਆ ਹੈਗਾ ਉਹਨੇ ਵੀ ਸਾਡੀ ਜ਼ਿੰਦਗੀ ਨੂੰ ਸੁਖਾਵਾਂ ਕਰ ਦਿੱਤਾ। ਪਰ ਅਸੀਂ ਸ਼ੁਕਰਗੁਜ਼ਾਰ ਹਾਂ, ਕਹਿੰਦੇ ਕਿ ਕਰੋਨਾ ਆਇਆ ਤੇ ਸਾਡੇ ਜਿਹੜੇ ਰਿਸ਼ਤੇ ਨੇ ਉਹ ਹੋਰ ਵੀ ਨੇੜੇ ਹੋ ਗਏ, ਕਿਉਂਕਿ ਅਸੀਂ ਘਰ ਦੇ ਵਿੱਚ ਬੰਦ ਸੀ ਹੈ ਨਾ। ਅਸੀਂ ਸਾਰੇ ਜਾਣੇ ਇੱਕ ਦੂਜੇ ਦੇ ਨਾਲ ਸਾਂਝ ਤੇ ਪ੍ਰਤੀਕ ਨੂੰ ਸਮਝਣ ਲੱਗ ਪਏ। ਸਾਨੂੰ ਪਤਾ ਹੋਇਆ, ਅਹਿਸਾਸ ਹੋਇਆ ਕਿ ਸਭ ਕੁਝ ਚੀਜ਼ਾਂ ਸਾਨੂੰ ਫੋਨ 'ਚ ਨਹੀਂ ਮਿਲ ਸਕਦੀਆਂ। ਨੱਠ ਭੱਜ ਵਾਲੀ ਜ਼ਿੰਦਗੀ ਦੇ ਵਿੱਚੋਂ ਸਭ ਕੁਝ ਨਹੀਂ ਮਿਲ ਸਕਦਾ। ਕੁਝ ਅਹਿਸਾਸ ਹੁੰਦੇ ਨੇ, ਕੁਝ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਨੂੰ ਸਾਨੂੰ ਬੋਲਣ ਦੀ ਲੋੜ ਨਹੀਂ, ਸਿਰਫ ਸਾਡੀਆਂ ਅੱਖਾਂ ਤੇ ਸਾਡੇ ਮੂੰਹ ਦੀ ਜਿਹੜੀ ਮੁਸਕਾਨ ਹੈ ਉਹ ਬਿਆਨ ਕਰ ਦਿੰਦੀ ਹੈ। ਬਿਲਕੁਲ ਜੀ, ਇਹ ਰਿਸ਼ਤਾ ਤੁਹਾਡਾ ਤੇ ਸਾਡਾ ਵੀ ਹੈ ਤੇ ਤੁਹਾਡੇ ਪਰਿਵਾਰ ਦਾ ਵੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਭਰਾ ਦੇ ਨਾਲ ਬਣਾ ਕੇ ਰੱਖੇ। ਕਈ ਵਾਰੀ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ ਆਪਸ ਵਿੱਚ ਹੀ ਮਿਲ ਕੇ ਰਹਿਣਾ ਚਾਹੀਦਾ। ਸੰਯੁਕਤ ਪਰਿਵਾਰਾਂ ਦੀ ਅਸੀਂ ਗੱਲ ਕਰਦੇ ਹਾਂ, ਔਰ ਜ਼ਰੂਰੀ ਹੈ ਕਿ ਅਸੀਂ ਮਿਲ ਕੇ ਰਹੀਏ, ਮਿਲ ਕੇ ਰਹਿਣ ਦੇ ਵਿੱਚ। ਕਿਉਂਕਿ ਜਦੋਂ ਅਸੀਂ ਟੋਟੇ ਹੋ ਜਾਂਦੇ ਆ, ਪੂਰਬ ਪੱਛਮ ਉੱਤਰ ਦੱਖਣ ਹੋ ਕੇ, ਤਾਂ ਟੋਟੇ ਤਾਂ ਕਹਿੰਦੇ ਹੁੰਦੇ ਵੰਗਾਂ ਦੇ ਵੀ ਮਾੜੇ ਹੁੰਦੇ ਆ। ਇਸ ਕਰਕੇ ਜ਼ਰੂਰੀ ਹੈ। ਹਾਂ, ਕਈ ਵਾਰੀ ਤਾਂ ਮਾਂ-ਬਾਪ ਰੋਂਦੇ ਹੁੰਦੇ ਨੇ, ਦੋ ਭਰਾ
ਘਰ ਵਿੱਚ ਕੰਧ ਕੱਢੀ ਜਾਂਦੇ ਆ, ਬੇਬੇ ਬਾਪੂ ਰੋਂਦੇ ਤੇ ਲੋਕੀ ਦੰਦ ਕੱਢੀ ਜਾਂਦੇ ਆ। ਸੋ ਗੱਲ ਬਹੁਤ ਜ਼ਿਆਦਾ ਜਿਹੜੀ ਹੈ ਨਾ ਉੱਥੇ ਸੋਚਣ ਵਾਲੀ ਹੋ ਜਾਂਦੀ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਬਚਾਉਣਾ ਵੀ ਹੈ, ਇਹਨਾਂ ਨੂੰ ਨਿਭਾਉਣਾ ਵੀ ਹੈ, ਤੇ ਇਹ ਨਾ ਹੋਵੇ ਕੱਲੇ ਟਿੱਡਾਂ ਨੂੰ ਵਧਾਈ ਜਾਈਏ। ਨਹੀਂ, ਰਿਸ਼ਤਿਆਂ ਨੂੰ ਵੀ ਵਧਾਵਾਂਗੇ। ਔਰ ਸਾਡੇ ਕੋਲ ਦੇਖੋ ਕਿੰਨੇ ਖੂਬਸੂਰਤ ਰਿਸ਼ਤੇ ਆਉਂਦੇ ਨੇ। ਕੋਈ ਆਪਣੇ ਬੱਚਿਆਂ ਦੇ ਲਈ ਗ੍ਰੀਟਿੰਗਸ ਭੇਜਦਾ ਹੈ, ਕੋਈ ਆਪਣੇ ਬੱਚਿਆਂ ਦੇ ਲਈ ਦੁਆਵਾਂ ਮੰਗਦਾ ਹੈ, ਤੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ। ਕੋਈ ਮਾਵਾਂ ਨੂੰ ਇੰਨਾ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕ ਦਿੰਦਾ ਹੈ। ਔਰ ਅਗਲੀ ਜਿਹੜੀ ਮੁਬਾਰਕਬਾਦ, ਤੁਹਾਨੂੰ ਪਤਾ ਇੱਕ ਖੂਬਸੂਰਤ ਰਿਸ਼ਤਾ ਇਹ ਵੀ ਹੁੰਦਾ ਹੈ ਤਾਇਆ ਜੀ ਤੇ ਭਤੀਜੇ ਦਾ। ਹਾਂ, ਇਹ ਬੜਾ ਖੂਬਸੂਰਤ, ਮੈਨੂੰ ਸਭ ਤੋਂ ਸੋਹਣਾ ਲੱਗਦਾ ਹੁੰਦਾ ਸੀ ਤਾਇਆ ਜੀ ਕਹਿਣਾ, ਹਨਾ। ਉਹ ਰਿਸ਼ਤੇ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਮਤਲਬ ਪਾਪਾ ਤੋਂ ਵੱਡੇ, ਹਨਾ, ਆਪਾਂ ਜਦੋਂ ਗੱਲ ਕਰਦੇ ਹੈਗੇ ਆ, ਸਾਡੇ ਵੱਡੇ ਸਤਿਕਾਰ ਜਿਹੜੇ ਹੈਗੇ, ਤਾਇਆ ਜੀ ਕਹਿ ਕੇ ਗੱਲ ਕਰਨਾ, ਤਾਏ ਜੀ। ਅੱਜ ਕੱਲ ਤਾਂ ਵੱਡੇ ਮੰਮੀ ਵੱਡੇ ਪਾਪਾ ਵਾਲੀ ਜਿਹੜੀ ਹੈਗੀ ਉਹ ਥਾਂ ਲੈ ਲਈ ਆ। ਮੈਂ ਕਿਹਾ ਜੀ ਪੁੱਛੋ ਨਾ ਜੀ, ਆਂਟੀ ਅੰਕਲ ਪਾਪਾ ਨਹੀਂ ਸੀ, ਇਹੋ ਜਿਹਾ ਸਿਆਪਾ ਨਹੀਂ ਸੀ। ਵੱਡਾ ਭਰਾ ਭਰਾ ਹੁੰਦਾ ਸੀ, ਛੋਟਾ ਹੁੰਦਾ ਸੀ ਭਾ, ਸਾਰੇ ਮਿਲ ਕੇ ਪੀ ਲੈਂਦੇ ਸੀ ਪਾਈਆ ਦੁੱਧੀ ਚਾਹ। ਸੋ ਇਸ ਕਰਕੇ ਇਕੱਠੇ ਬੈਠ ਕੇ ਜਦੋਂ ਅਸੀਂ ਆਪਣੇ ਰਿਸ਼ਤਿਆਂ ਨੂੰ ਸੇਕਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਨਿੱਘ ਨੂੰ ਮੰਨਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਇਹ ਰਿਸ਼ਤੇ ਕਿੰਨੇ ਅਨਮੋਲ ਨੇ। ਤੁਸੀਂ ਤਾਏ ਦੀ ਗੱਲ ਕੀਤੀ ਹੈਗੀ ਆ, ਅਸੀਂ ਤਾਏ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ। ਅੱਛਾ ਤਾਇਆ ਠੰਡ ਪਵਾਈ ਜਾਣਾ, ਤਾਇਆ ਫਿਰ ਮੀਂਹ ਪਵਾਈ ਜਾਣਾ, ਤਾਇਆ ਨਾ ਹੋਇਆ ਤਾਏ ਨੂੰ ਸਾਰੀਆਂ ਗੱਲਾਂ ਵਾਸਤੇ ਕਸੂਰਵਾਰ ਕੀਤਾ ਹੁੰਦਾ। ਹਾਂ, ਸਹੀ ਗੱਲ ਆ। ਤੁਸੀਂ ਨਮਿਸ਼ ਦੇ ਤਾਏ ਦੀ ਗੱਲ ਕਰਦੇ? ਹਾਂਜੀ, ਬਿਲਕੁਲ। ਅਸੀਂ ਨਮਿਸ਼ ਨੂੰ ਮੁਬਾਰਕਬਾਦ ਦੇਣੀ ਹੈ ਜਨਮ ਦਿਨ ਦੀ। ਔਰ ਦੇਖੋ ਬੜੀ ਖੂਬਸੂਰਤ ਤਸਵੀਰ, ਔਰ ਲੱਗ ਰਿਹਾ ਹੈ ਕਿ ਦਿਲ ਦੇ ਵਿੱਚ ਇੱਕ ਜਜ਼ਬਾ ਹੈ ਨਾ ਆਰਮੀ ਦੇ ਵਿੱਚ ਜਾਣ ਦਾ। ਮੈਨੂੰ ਤਾਂ ਇਦਾਂ ਹੀ ਲੱਗਾ ਉਹਦੀ ਟੀ-ਸ਼ਰਟ ਦੇਖ ਕੇ। ਤੁਹਾਨੂੰ ਲੱਗਾ ਕੁਛ ਇਦਾਂ ਦਾ? ਮੈਂ ਕਿਹਾ ਜੀ ਮੈਨੂੰ ਤਾਂ ਆਪਣੇ ਵਰਗਾ ਪ੍ਰਤੀਤ ਹੁੰਦਾ ਹੈ, ਕਿਉਂਕਿ ਮੈਂ ਵੀ ਇਦਾਂ ਦਾ ਸਮਾਰਟ ਹੁੰਦਾ ਸੀ। ਬੈਠ ਕੇ ਸੇ ਅੰਦਾਜ਼ੇ ਬਿਆਨ ਹੋਤੇ ਹੈ, ਆਪ ਹੋਤੇ ਹੈ ਤਾਂ ਹੋਸ਼ ਕਹਾਂ ਹੋਤੇ ਹੈ। ਹਾਂ, ਕਿਸੇ ਨੇ ਤਾਰੀਫ ਨਹੀਂ ਕੀਤੀ ਤੇ ਆਪਣੀ ਆਪ ਹੀ ਕਰ ਲਓ, ਹੈਨਾ। ਬਿਲਕੁਲ ਬਿਲਕੁਲ। ਇਹੋ ਜਿਹੇ ਬੰਦੇ ਜਿਹੜੇ ਹੈਗੇ ਨਾ ਅਸੂਲਾਂ ਦੇ ਬੜੇ ਪੱਕੇ ਹੁੰਦੇ ਆ। ਵੈਸੇ ਤੁਸੀਂ ਦੇਖ ਲਓ, ਚਿਹਰਾ ਮੂਹਰਾ ਦੇਖ ਕੇ ਵੀ ਪਤਾ ਲੱਗਦਾ ਹੈ ਕਿ ਗਲਤ ਨਾਲ ਗਲਤ ਹੈ ਤੇ ਠੀਕ ਨਾਲ ਠੀਕ ਹੈ। ਜੇ ਦੁਨੀਆ ਪੱਥਰ ਦੀ ਹੈ ਤੇ ਅਸੀਂ ਪੱਥਰ ਤੇ ਲੀਕ ਆ। ਇਹ ਜ਼ਰੂਰੀ ਹੈ ਅਸੀਂ ਟਕਰਾਉਂਦੇ ਰਹੀਏ, ਮੁਸੀਬਤਾਂ ਦੇ ਨਾਲ ਟਕਰਾਉਂਦੇ ਰਹੀਏ। ਕਈ ਵਾਰੀ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਹਾਂ, ਕਈ ਵਾਰੀ ਅਸੀਂ ਘਬਰਾਉਣਾ ਸ਼ੁਰੂ ਕਰ ਦਿੰਦੇ ਹਾਂ। ਕੀ ਹੋਇਆ ਜੇ 4 ਦਿਨ ਦੁੱਖ ਦੇ ਆ ਗਏ, ਇੱਥੇ ਸਦਾ ਮੁਸੀਬਤਾਂ ਰਹਿਣੀਆਂ ਨਹੀਂ। ਜੇ ਹੱਸ ਕੇ ਕੰਮ ਨਾ ਬਣੇ ਤੇਰਾ ਤੇ ਇੱਥੇ ਰੋਇਆ ਵੀ ਪੂਰੀਆਂ ਪੈਣੀਆਂ ਨਹੀਂ। ਆਪਾਂ ਤਾਂ ਹੱਸਦੇ ਹਾਂ, ਮੰਜ਼ਲਾਂ ਦੇ ਵੱਲ ਵਧਦੇ ਜਾਈਏ। ਅਸੀਂ ਤਾਂ ਹੱਸਦੇ ਹਾਂ, ਔਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ। ਨਮਿਸ਼ ਨੂੰ ਮੁਬਾਰਕਾਂ ਅਸੀਂ ਦੇ ਰਹੇ ਹਾਂ। ਔਰ ਇਹਦਾ ਜਿਹੜਾ ਹੈਗਾ 14ਵਾਂ ਜਨਮ ਦਿਨ ਸੀ, ਔਰ ਉਹ 14ਵੇਂ ਜਨਮ ਦਿਨ ਨੂੰ ਖਾਸ ਕਰਕੇ ਬਣਾ ਦਿੱਤਾ ਗਿਆ ਉਹਨਾਂ ਦੇ ਤਾਇਆ ਜੀ ਨੇ। ਔਰ ਜਦੋਂ ਸਾਡੇ ਕੋਲ ਇੱਕ ਤਸਵੀਰ ਆਈ ਤੇ ਅਸੀਂ ਦੇਖਿਆ ਕਿ ਸਪੈਸ਼ਲ ਵਿਸ਼ੇਸ ਜਿਹੜੀਆਂ ਤਾਇਆ ਜੀ ਦੇ ਵੱਲੋਂ ਆ, ਔਰ ਨਮਿਸ਼ ਨੂੰ ਜਿਹੜੀਆਂ ਮੁਬਾਰਕਾਂ ਸੀ ਦੇ ਰਿਹਾ। ਦਾਦਾ ਦਾਦੀ ਦੇ ਵੱਲੋਂ ਮੁਬਾਰਕਾਂ ਨੇ, ਦਾਦਾ ਜੀ ਜਗਤ ਰਾਮ ਤੇ ਦਾਦੀ ਜੀ ਕਮਲਾ ਜੀ, ਔਰ ਉਹਨਾਂ ਦੇ ਵੱਲੋਂ ਮੁਬਾਰਕਾਂ ਮੰਮੀ ਪਾਪਾ ਪ੍ਰਿਤਪਾਲ ਸਿੰਘ ਤੇ ਸੁਮੰਨਾ, ਔਰ ਭੈਣ ਭਰਾ ਨਿਹਾਰਿਕਾ, ਨੇਹਾ, ਨਿਤਿਨ ਤੇ ਖਾਸ ਕਰਕੇ ਤਾਇਆ ਤਾਈ ਜੀ ਦੇ ਵੱਲੋਂ ਮੁਬਾਰਕਾਂ ਭੇਜੀਆਂ ਨੇ। ਬਹੁਤ ਸਾਰਾ ਪਿਆਰ ਸਤਿਕਾਰ ਦਿੱਤਾ ਹੈ ਤੁਹਾਨੂੰ ਨਮਿਸ਼, ਔਰ ਸਾਰੇ ਪਰਿਵਾਰ ਦੇ ਵੱਲੋਂ ਮੁਬਾਰਕਾਂ ਨੇ। ਇਸੇ ਤਰ੍ਹਾਂ ਹੀ ਤੁਸੀਂ ਖੁਸ਼ ਰਹੋ, ਆਬਾਦ ਰਹੋ, ਔਰ ਜਿੰਨੇ ਵੀ ਤੁਸੀਂ ਸੁਪਨੇ ਵੇਖੇ ਨੇ ਉਹਨਾਂ ਦੇ ਲਈ ਬਹੁਤ ਮਿਹਨਤ ਕਰੋ, ਔਰ ਆਪਣੇ ਮਾਤਾ ਪਿਤਾ ਦਾ, ਤਾਇਆ ਤਾਈ ਜੀ ਦਾ ਨਾਮ, ਦਾਦਾ ਦਾਦੀ ਦਾ ਨਾਮ, ਸਾਰੇ ਪਰਿਵਾਰ ਦਾ ਰੋਸ਼ਨ ਕਰ ਦਿਓ ਜੀ। ਔਰ ਜਦੋਂ ਅਸੀਂ ਸੁਪਨੇ ਦੀ ਗੱਲ ਕਰਦੇ ਹਾਂ, ਸੁਪਨੇ ਉਹ ਨਹੀਂ ਹੁੰਦੇ ਜਿਹੜੇ ਅਸੀਂ ਸੁੱਤੇ ਹੋਏ ਦੇਖਦੇ ਹਾਂ, ਸੁਪਨੇ ਹੁੰਦੇ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ। ਇਸ ਕਰਕੇ ਸੁਪਨੇ ਜਦੋਂ ਸੌਣ ਨਾ ਦੇਣ ਤੇ ਫਿਰ ਉਹਨਾਂ ਨੂੰ ਉੱਠ ਕੇ ਪੂਰੇ ਕਰ ਲੈਣਾ ਚਾਹੀਦਾ। ਸੁਪਨੇ ਤੂੰ ਸੁਲਤਾਨ ਹੈ ਉਤਮ ਤੇਰੀ ਜ਼ਾਤ, 100 ਵਰਸਾਂ ਦੇ ਵਿਛੜੇ ਆਣ ਮਿਲਾਵੇਂ ਇੱਕ ਰਾਤ। ਸੋ ਜਦੋਂ ਇੱਕੋ ਰਾਤ ਦੇ ਵਿੱਚ ਬਹੁਤ ਜ਼ਿਆਦਾ ਕੁਝ ਅਸੀਂ ਦੇਖ ਲੈਂਦੇ ਹਾਂ ਨਾ, ਫਿਰ ਸਾਨੂੰ ਪਤਾ ਲੱਗਦਾ ਕਿ ਹਾਂ ਸਾਡੇ ਰਿਸ਼ਤੇ ਕਿੰਨੇ ਮਹਿਫੂਜ਼ ਨੇ, ਕਿੰਨੇ ਪਾਕ ਨੇ, ਕਿੰਨੇ ਪਵਿੱਤਰ ਨੇ। ਸੋ ਇਸ ਕਰਕੇ ਰਿਸ਼ਤਿਆਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਨਾ, ਦੇਖੋ ਨਨਾਣ ਭਰਜਾਈ ਹੈ ਨਾ, ਤੇ ਭੈਣਾਂ ਦਾ ਰਿਸ਼ਤਾ ਹੋ ਗਿਆ, ਫਿਰ ਮਾਂ-ਬਾਪ ਦਾ ਰਿਸ਼ਤਾ ਹੋ ਗਿਆ, ਹੈ ਨਾ, ਫੁੱਫੜ ਦੀ ਸੱਚ ਆਪਾਂ ਗੱਲ ਹੀ ਨਹੀਂ ਕੀਤੀ ਨਾ। ਫੁੱਫੜ ਤੇ ਬੱਦਲ ਤਾਂ ਜਿਹੜੇ ਵਿਆਹ ਦੇ ਵਿੱਚ ਪੂਰੇ ਦੇ ਪੂਰੇ ਭੜਥੂ ਪਾਉਣੇ ਹੁੰਦੇ ਨੇ ਨਾ, ਮੰਨ ਲਓ ਜੀਜਾ ਜਦੋਂ ਪੁਰਾਣਾ ਹੋ ਜਾਂਦਾ ਫਿਰ ਫੁੱਫੜ ਬਣ ਜਾਂਦਾ ਹੈ ਨਾ। ਨਾ ਸਾਂਢੂ ਦੇਖੋ ਇੱਕੋ ਕੰਪਨੀ ਵੱਲੋਂ ਠੱਗੇ ਹੋਏ 2 ਬੰਦੇ ਤੇ ਹਾਂਜੀ ਨਾ, ਇਦਾਂ ਨਾ ਕਹੋ ਤੁਸੀਂ। ਅਗਲੀਆਂ ਵੀ ਫਿਰ ਮੋਰੇ ਇਦਾਂ ਕਹਿੰਦੀਆਂ, ਕਹਿੰਦੀ ਤੁਸੀਂ ਵੀ ਤਾਂ ਪੀ ਪੀ ਪੌਂ ਪੌਂ ਕਰਦੇ ਵਜਾਉਂਦੇ ਲੈ ਕੇ ਆਈ ਸੀ ਸਾਨੂੰ, ਅਸੀਂ ਕਿਹੜਾ ਆ ਪਾਈਆਂ ਸੀ। ਅੱਛਾ, ਅੱਜ ਮੈਰਿਜ ਐਨਵਰਸਰੀ ਨਹੀਂ ਕੋਈ ਆਈ? ਵਿਆਹ ਤਾਂ ਵੈਸੇ ਚੱਲਦੇ ਪਏ ਆ। ਹਾਂ, ਉਹਦਾ ਵਿਆਹ ਦੀ ਤਾਂ ਜਿਹੜਾ ਹੈਗਾ ਸਮਾਂ ਚੱਲਦਾ ਪਿਆ ਹੈਗਾ। ਔਰ ਦੇਖਿਆ ਜਾਵੇ ਲੋਕਡਾਊਨ ਦੇ ਵਿੱਚ ਕਿੰਨੇ ਵਿਆਹ ਹੋਏ ਹੈ ਨਾ, ਔਰ ਕਿੰਨੇ ਖੂਬਸੂਰਤੀ ਦੇ ਨਾਲ ਉਹ ਜਿਹੜੇ ਹੈਗੇ ਆ ਵਿਆਹ ਹੋਏ। ਤੇ ਔਰ ਉਮੀਦ ਕਰਦੇ ਆ ਕਿ ਉਹ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਅੱਗੇ ਵੀ ਚੱਲਦੇ ਰਹਿਣਗੇ, ਕੋਈ ਖਰਚਾ ਨਹੀਂ ਹੋਇਆ ਹੈ ਨਾ। ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਅਸੀਂ ਵਿਆਹਾਂ ਸ਼ਾਦੀਆਂ ਤੇ ਬਹੁਤ ਹੀ ਖਰਚਾ ਕਰ ਲੈਂਦੇ ਹੈਗੇ ਆ। ਆਪਾਂ ਜਿਹੜਾ ਇੰਨਾ ਖਰਚਾ ਕੀਤਾ ਹੋਇਆ, ਕਿਉਂ ਨਾ ਆਪਾਂ ਕਿਸੇ ਗਰੀਬ
ਹੀ ਬੱਚੇ ਨੂੰ ਪੜ੍ਹਾ ਦਈਏ ਉਹੀ ਪੈਸਿਆਂ ਦੇ ਵਿੱਚ। ਆਪਾਂ ਕਿਉਂ ਨਾ ਉਹ ਜਿਹੜਾ ਹੈਗਾ ਇੱਕ ਖੂਬਸੂਰਤ ਹੋਰ ਰਿਸ਼ਤਾ ਬਿਆਨ ਕਰ ਸਕਦੇ ਹੈਗੇ ਉਹਦੇ ਵਿੱਚ, ਜਿਹਦੇ ਵਿੱਚ ਅਸੀਂ ਕਹੀਏ ਕਿ ਕਿਸੇ ਪਿੰਡ ਦੀ ਕੁੜੀ ਦਾ ਜਾਂ ਕਿਸੇ ਆਲੇ ਦੁਆਲੇ ਕੋਈ ਕੁੜੀ ਗਰੀਬ ਹੈ ਉਹਦਾ ਆਪਾਂ ਵਿਆਹ ਦੇ ਕਾਰਜ ਕਰ ਦਈਏ, ਹੈ ਨਾ। ਸੋ ਇਹਦੇ ਨਾਲ ਵੀ ਜ਼ਰੂਰੀ ਨਹੀਂ ਸਾਨੂੰ ਖੂਨ ਦੇ ਰਿਸ਼ਤੇ ਮਿਲਦੇ ਨੇ, ਸਾਨੂੰ ਤਾਂ ਉਹ ਵੀ ਰਿਸ਼ਤੇ ਮਿਲਦੇ ਨੇ ਜਿਨ੍ਹਾਂ ਦੀ ਅਸੀਂ ਕਿਤੇ ਨਾ ਕਿਤੇ ਕੋਈ ਮਦਦ ਕਰ ਜਾਂਦੇ ਹਾਂ, ਕਿਤੇ ਨਾ ਕਿਤੇ ਸਾਨੂੰ ਕੋਈ ਅਹਿਸਾਸ ਦੇ ਨਾਲ ਬੱਚੇ ਹੁੰਦੇ ਨੇ। ਸੋ ਉਹ ਵੀ ਜਿਹੜੇ ਰਿਸ਼ਤੇ ਹੁੰਦੇ ਨੇ ਖੂਬਸੂਰਤ ਹੁੰਦੇ ਨੇ, ਔਰ ਖੂਬਸੂਰਤੀ ਸਿਰਫ ਸਾਡੀਆਂ ਇੱਕ ਅਸੀਂ ਕਹੀਏ ਕਿ ਚਿਹਰਿਆਂ 'ਚ ਨਹੀਂ ਹੁੰਦੀ, ਸੀਰਤ ਵੀ ਜਿਹੜੀ ਖੂਬਸੂਰਤ ਹੁੰਦੀ ਹੈ ਵਾਅਦਿਆਂ 'ਚ ਵੀ ਨਹੀਂ ਹੁੰਦੀ ਸਾਡੀ, ਸਿਰਫ ਉਹ ਇਹ ਹੁੰਦੀ ਹੈ ਕਿ ਦੋਨੋਂ ਪੱਖ ਕਿੱਦਾਂ ਜਿਹੜੇ ਹੈਗੇ ਆ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਖੂਬਸੂਰਤੀ ਤਾਂ ਉਹਨਾਂ ਰਿਸ਼ਤਿਆਂ 'ਚ ਹੁੰਦੀ ਹੈ। ਬਿਲਕੁਲ, ਜਦ ਤੁਸੀਂ ਵਿਆਹ ਦੀ ਗੱਲ ਕੀਤੀ ਹੈ, ਇਸ ਤਾਂ ਵਿਆਹ ਦੇ ਉੱਤੇ ਖਾਣ ਪੀਣ ਵੈਸੇ ਵੀ ਚਲੇ ਜਾਈਦਾ ਹੁੰਦਾ ਸੀਗਾ। ਉਹ ਇੱਕ ਤਾਂ ਵਿਆਹ ਚੱਲਦਾ ਸੀਗਾ, ਬੁਲਾਇਆ ਹੋਵੇ ਭਾਵੇਂ ਨਾ ਬੁਲਾਇਆ ਹੋਵੇ। ਮੈਂ ਕਿਹਾ ਜੀ ਪੁੱਛੋ ਨਾ ਜੀ, ਇੱਕ ਬੰਦੇ ਨੂੰ ਪਤਾ ਲੱਗ ਗਿਆ ਵੀ ਵਿਆਹ ਦੇ ਵਿੱਚ ਖਾਣ ਵਾਲੇ ਜ਼ਿਆਦਾ ਆ ਗਏ ਆ ਤੇ ਅਸੀਂ ਤਾਂ ਘੱਟ ਸੱਦੇ ਸੀਗੇ। ਉਹ ਮੈਨੂੰ ਕੀ ਪਤਾ ਸੀਗਾ, ਅਸੀਂ ਵੀ ਉਹਨਾਂ ਦੇ ਵਿੱਚ ਹੀ ਸੀਗੇ। ਉਹ ਕਹਿੰਦੇ ਕੁੜੀ ਵਾਲੇ ਇੱਕ ਪਾਸੇ ਹੋ ਜਾਓ, ਕੁੜੀ ਵਾਲੇ ਜਿਹੜੇ ਸੱਦੇ ਆ ਉਹ ਇੱਕ ਪਾਸੇ ਹੋ ਗਏ, ਮੁੰਡੇ ਵਾਲੇ ਇੱਕ ਪਾਸੇ ਹੋ ਜਾਓ, ਮੁੰਡੇ ਵਾਲੇ ਇੱਕ ਪਾਸੇ ਹੋ ਗਏ। ਵਿਆਹ 'ਚ ਇਦਾਂ ਮੈਂ ਕਿਹਾ ਜੀ ਪਤਾ ਨਹੀਂ ਕਿਹੜਾ ਪ੍ਰੋਗਰਾਮ ਸੀਗਾ, ਉਹਨੇ ਡੰਡਾ ਚੱਕ ਕੇ ਸਾਰਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ 'ਚ ਪਤਾ ਲੱਗਾ ਉਹਨਾਂ ਦੇ ਤਾਂ ਭਾਪੇ ਦਾ ਭੋਗ ਸੀ। ਉਹ ਮਤਲਬ ਕਈ ਵਾਰੀ ਫੰਕਸ਼ਨ ਹੀ ਇਸ ਹਿਸਾਬ ਨਾਲ ਅਸੀਂ ਕਰਦੇ ਹੁੰਦੇ ਸੀਗੇ। ਪਰ ਹੁਣ ਜਿਹੜੇ ਹੈਗੇ ਆ, ਜਿਹੜੇ ਸਮਾਗਮ ਆ, ਜਿਹੜੇ ਪ੍ਰੋਗਰਾਮ ਅਸੀਂ ਕਰਦੇ ਆ ਨਾ, ਉਹਨਾਂ ਦੇ ਵਿੱਚ ਕੁਝ ਬਦਲਾਅ ਆ ਰਿਹਾ। ਕਿਉਂਕਿ ਜਦੋਂ ਅਸੀਂ ਨਾ ਰਿਸ਼ਤੇ ਨੂੰ ਸੱਚੀ ਮੁੱਚੀ ਸੋਚਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਉਹ ਰਿਸ਼ਤਾ ਜਿਹੜਾ ਹੈ ਨਾ, ਭਾਵੇਂ 4 ਲਾਵਾਂ ਭਾਵੇਂ ਜਿੰਨੀਆਂ ਮਰਜ਼ੀ ਲਾਵਾਂ ਲੈ ਲਈਏ, ਬਸ ਉਹਦੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ, ਯਕੀਨ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ, ਬਸ ਉਹਦੇ ਨਾਲ ਹੀ ਨਿਭ ਜਾਂਦਾ। ਬਿਲਕੁਲ। ਔਰ ਕਹਿੰਦੇ ਨੇ ਕਿ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ। ਇੱਕ ਖੂਬਸੂਰਤ ਜੋੜੀ ਅਸੀਂ ਦੇਖ ਰਹੇ ਹਾਂ ਔਰ ਮੁਬਾਰਕਬਾਦ ਦੇਣੀ ਹੈ ਉਹਨਾਂ ਨੂੰ, ਉਹਨਾਂ ਦੇ ਵਿਆਹ ਦੀ ਵਰ੍ਹੇਗੰਢ ਦੀ। 19 ਜਨਵਰੀ ਉਹਨਾਂ ਦੀ ਵਿਆਹ ਦੀ ਵਰ੍ਹੇਗੰਢ। ਅਨਿਲ ਕੁਮਾਰ ਤੇ ਰਮਨਦੀਪ ਕੌਰ ਨੂੰ ਅਸੀਂ ਮੁਬਾਰਕਾਂ ਦੇ ਰਹੇ ਹਾਂ। ਬਹੁਤ ਹੀ ਖੂਬਸੂਰਤ ਜੋੜੀ, ਔਰ ਇਸੇ ਤਰ੍ਹਾਂ ਹੀ ਪਰਮਾਤਮਾ ਖੂਬਸੂਰਤੀ ਉਹਨਾਂ ਦੇ ਰਿਸ਼ਤੇ ਵਿੱਚ ਵੀ ਬਣਾਈ ਰੱਖੇ। ਔਰ ਖਾਸ ਕਰਕੇ ਜਿਹੜੀ ਹੈਗੀ ਆ ਨਨਾਣ ਦੇ ਵੱਲੋਂ ਮੁਬਾਰਕਾਂ ਆਈਆਂ ਨੇ। ਕੀ ਬਾਤ ਹੈ ਜੀ, ਮਤਲਬ ਨਵੀਂ ਵਿਆਹੀ ਜੋੜੀ ਹੈ। ਹੌਲੀ ਹੌਲੀ ਗਾਂ ਜਾ ਕੇ ਜਿਹੜਾ ਹੈ ਨਾ ਜੀ, ਉਹ ਥੋੜਾ ਜਿਹੜਾ ਹੈਗਾ ਆ ਹੌਲੀ ਹੌਲੀ ਪਤਾ ਲੱਗੂਗਾ ਵੀ ਹਾਂ ਮਿਠਾਸ ਕਿੱਥੇ ਆ। ਨਾ ਤੁਸੀਂ ਏਦਾਂ ਨਾ ਕਰੋ, ਤਕਰਾਰ ਵੀ ਹੋਣੀ ਚਾਹੀਦੀ ਹੈ, ਸ਼ਿਕਾਇਤਾਂ ਹੋਣੀਆਂ ਚਾਹੀਦੀਆਂ। ਕਹਿੰਦੇ ਹੁੰਦੇ ਨਾ ਵੀ ਸ਼ਿਕਵੇ ਸ਼ਿਕਾਇਤਾਂ ਰੋਸੇ ਗਿਲੇ ਗੁਸਤਾਖੀਆਂ, ਜ਼ਿੰਦਗੀ 'ਚ ਆਉਣ ਨਹੀਂ ਦੇਣੀਆਂ ਉਦਾਸੀਆਂ, ਕਦੇ ਨਹੀਂ ਰੁੱਸਣਾ ਕਦੇ ਨਹੀਂ ਇੱਕ ਦੂਜੇ ਨਾਲ ਰੁੱਸਣਾ ਤੇ ਵੱਟ ਪਾਉਣਾ ਨਹੀਂ ਮੱਥੇ, ਰੱਬ ਤੈਨੂੰ ਸਾਡੇ ਜੋਗੀ ਰੱਖੇ, ਹੈ ਨਾ। ਸੋ ਇੱਕ ਦੂਜੇ ਦੇ ਵਾਸਤੇ ਜਦੋਂ ਬਣੇ ਹੋਏ ਨੇ। ਇੱਕ ਤਾਂ ਵਿਆਹ ਤੋਂ ਬਾਅਦ ਵਿੱਚ ਇੱਕ ਘਰ ਵਾਲੀ ਥਾਣੇਦਾਰ ਸਾਹਿਬ ਦੇ ਕੋਲ ਗਈ, ਜਾ ਕੇ ਕਹਿੰਦੀ 8 ਦਿਨ ਹੋ ਗਏ ਮੇਰਾ ਘਰ ਵਾਲਾ ਭਿੰਡੀਆਂ ਲੈਣ ਗਿਆ ਸੀਗਾ, ਹਾਲੇ ਤੱਕ ਨਹੀਂ ਵਾਪਸ ਆਇਆ, ਰਿਪੋਰਟ ਲਿਖੋ। ਅੱਛਾ। ਥਾਣੇਦਾਰ ਕਹਿੰਦਾ ਕੋਈ ਗੱਲ ਨਹੀਂ ਬੀਬੀ, ਤੂੰ ਕੋਈ ਹੋਰ ਸਬਜ਼ੀ ਬਣਾ ਲਾ। ਆਓ। ਮੈਨੂੰ ਤਾਂ ਲੱਗਾ ਸੀ ਕਿ ਕਹਿਣਗੇ ਕਿ ਚਲੋ ਆਪਾਂ ਲੱਭਦੇ ਆ ਕਿ ਭਿੰਡੀਆਂ ਲੈਣ ਗਏ, ਮੁੜ ਕੇ ਆਏ ਨਹੀਂ, ਭਿੰਡੀਆਂ ਤਾਂ ਨਹੀਂ ਬੀਜਣ ਲੱਗ ਪਏ। ਸਮਾਂ ਭਿੰਡੀਆਂ ਵਾਲਾ ਜੇ ਨਾ ਹੋਇਆ ਸਿਆਲਾਂ 'ਚ, ਹੁਣ ਤੁਸੀਂ ਭਿੰਡੀਆਂ ਮੰਗੋ ਤਾਂ ਅਗਲਾ ਫਿਰ ਲੱਭੀ ਜਾਏਗਾ। ਸਿਆਲਾਂ ਦਾ ਬਹੁਤ ਅਸਰ ਪੈਂਦਾ, ਸਿਆਲਾਂ ਦਾ ਬਹੁਤ ਅਸਰ ਪੈਂਦਾ। ਮੈਂ ਤਾਂ ਡਾਕਟਰ ਕੋਲ ਚਲਾ ਗਿਆ, ਮੈਂ ਕਿਹਾ ਡਾਕਟਰ ਸਾਹਿਬ ਮੈਂ ਸਵੇਰੇ ਜਦੋਂ ਉੱਠਦਾ ਹੈ ਨਾ ਤਾਂ ਮੇਰੇ ਲੱਕ ਦਰਦ ਹੁੰਦੀ ਆ, ਹਨਾ, ਲੱਕ ਦੇ ਵਿੱਚ ਦਰਦ ਹੁੰਦਾ। ਸੱਟ ਸੁੱਟ ਲੱਗੀ ਹੋਣੀ ਕੋਈ ਪੁਰਾਣੀ? ਉਹ ਕੁਝ ਵੀ ਨਹੀਂ ਹੋਇਆ ਜੀ। ਮੈਂ ਕਿਹਾ ਲੱਕ ਵਿੱਚ ਦਰਦ ਹੁੰਦੀ ਆ ਸਵੇਰੇ ਉੱਠਦਾ ਜਦੋਂ। ਵਿਆਹ ਵਾਲੇ ਡੰਡੇ ਨਹੀਂ ਖਾਦੇ ਸੀ? ਮੈਂ ਕਿਹਾ ਡਾਕਟਰ ਸਾਹਿਬ ਕਹਿੰਦੇ ਤੂੰ ਸਵੇਰੇ ਨਾ ਉੱਠਿਆ ਕਰ, ਦੁਪਹਿਰੇ ਉੱਠਿਆ ਕਰ। ਅੱਛਾ। ਆਹ ਤਾਂ ਸਲਾਹਕਾਰ ਨੇ ਸਾਡੇ। ਗੱਲ ਨਹੀਂ ਨਿਬੜੀ ਫਿਰ, ਹਨਾ, ਇਸ ਗੱਲ ਤੇ, ਹਨਾ। ਚਲੋ ਮੈਂ ਜਿਹੜੀ ਹੈਗੀ ਆ 2 ਲਾਈਨਾਂ ਜਿਹੜੀਆਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨ ਜਾ ਰਹੀ ਹਾਂ। ਨਨਾਣ ਤੇ ਜਿਹੜੇ ਭਰਜਾਈ ਦਾ ਰਿਸ਼ਤਾ ਬੜਾ ਹੀ ਖੂਬਸੂਰਤ ਰਿਸ਼ਤਾ ਹੁੰਦਾ ਹੈ। ਜਦੋਂ ਭਾਬੀ ਨੇ ਆਉਣਾ ਹੁੰਦਾ ਹੈ ਵਿਆਹ ਕਰਾ ਕੇ, ਔਰ ਜਿਸ ਘਰ ਦੇ ਵਿੱਚ ਉਹ ਕਦਮ ਰੱਖਦੀ ਹੈ, ਸਭ ਤੋਂ ਚਾਅ ਜਿਹੜਾ ਹੈਗਾ ਉਹ ਨਨਾਣ ਨੂੰ ਹੁੰਦਾ ਹੈ, ਕਿਉਂਕਿ ਪੇਟੀ ਖੁਲਾਈ ਦਾ ਸੂਟ ਵੀ ਤਾਂ ਮਿਲਣਾ ਹੁੰਦਾ ਹੈ ਨਾ ਨਨਾਣ ਨੂੰ, ਹਨਾ। ਹਾਂ। ਨਵੀਂ ਬਹੂ ਮੁਕਲਾਵੇ ਆਈ ਧਰਤੀ ਪੈਰ ਨਾ ਲੱਗੇ, ਸੱਸ ਕਹੇ ਰਹਿ ਰੋਟੀ ਖਾ ਲਾ, ਨੂੰ ਸੰਗਦੀ ਨਾ ਖਾਵੇ, ਮੂੰਹ ਵਿੱਚ ਭਾਬੋ ਦੇ ਨਣਦ ਬੁਰਕੀਆਂ ਪਾਵੇ। ਸੋ ਨਨਾਣ ਪੂਜਾ ਦੇ ਵੱਲੋਂ ਜਿਹੜੀਆਂ ਹੈਗੀਆਂ ਮੁਬਾਰਕਾਂ ਭੇਜੀਆਂ ਸੀ ਰਮਨਦੀਪ ਕੌਰ ਤੇ ਅਨਿਲ ਕੁਮਾਰ ਨੂੰ। ਮੰਮੀ ਸੁਨੀਤਾ, ਪਾਪਾ ਸੁਰਿੰਦਰ ਤੇ ਸਾਰੇ ਹੀ ਪਰਿਵਾਰ ਦੇ ਵੱਲੋਂ ਜਿਹੜੀਆਂ ਹੈਗੀਆਂ ਮੁਬਾਰਕਾਂ ਆਈਆਂ ਨੇ, ਔਰ ਅਸੀਂ ਵੀ ਬਹੁਤ ਮੁਬਾਰਕਾਂ ਦਿੰਦੇ ਆ। ਔਰ ਖੂਬਸੂਰਤ ਹੁੰਦੇ ਨੇ ਰਿਸ਼ਤੇ, ਖੂਬਸੂਰਤ ਹੁੰਦੇ ਨੇ ਉਹ ਪਲ ਜਦੋਂ ਸਾਡੇ ਆਪਣੇ ਨਾਲ ਹੁੰਦੇ ਨੇ, ਔਰ ਸਾਨੂੰ ਵੀ ਲੱਗ ਰਹੇ ਨੇ ਖੂਬਸੂਰਤ ਪਲ ਕਿਉਂਕਿ ਤੁਸੀਂ ਸਾਡੇ ਆਪਣੇ ਨਾਲ ਹੋ। ਔਰ ਅਗਲੀ ਵਾਰ ਤੁਸੀਂ ਈਮੇਲ ਜ਼ਰੂਰ ਭੇਜਣੀ ਹੈ ਤੁਹਾਡੇ ਪਰਿਵਾਰ ਦੇ ਵਿੱਚ, ਅਗਰ ਤੁਸੀਂ ਕਿਸੇ ਨੂੰ ਵੀ ਜਨਮ ਦਿਨ ਦੀਆਂ ਮੁਬਾਰਕਾਂ ਦੇਣਾ ਚਾਹੁੰਦੇ ਹੋ ਜਾਂ ਵਿਆਹ ਦੀ ਵਰ੍ਹੇਗੰਢ ਦੀ ਮੁਬਾਰਕ ਦੇਣਾ ਚਾਹੁੰਦੇ ਹੋ। ਸਾਡਾ ਈਮੇਲ ਪਤਾ ਤੁਸੀਂ ਨੋਟ ਕਰ ਲਿਆ ਹੈਗਾ, ਇੱਕ ਵਾਰ ਫਿਰ ਦੱਸ ਦਿੰਦੇ ਆ, ਸੁਨੇਹੇ ddpunjabi@gmail.com। ਇਸ ਈਮੇਲ ਆਈਡੀ ਤੇ ਤੁਸੀਂ ਸਾਨੂੰ ਲਿਖ ਭੇਜਣੇ ਨੇ ਆਪਣੇ ਪਿਆਰ ਭਰੇ ਖੱਤ, ਜਿਹੜੇ ਕਿ ਤੁਸੀਂ ਜਿਹੜਾ ਇਲੈਕਟ੍ਰੋਨਿਕ ਦੇ ਜ਼ਰੀਏ ਭੇਜ ਸਕਦੇ ਹੋ ਸਾਨੂੰ। ਬਿਲਕੁਲ ਜੀ, ਔਰ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇਸ ਈਮੇਲ ਦੇ ਜ਼ਰੀਏ, ਤੇ ਤੁਹਾਡੀਆਂ ਜਿਹੜੀਆਂ ਜਿੰਨੀਆਂ ਵੀ ਈਮੇਲਸ ਨੇ ਉਹ ਸ਼ਾਮਿਲ ਕੀਤੀਆਂ ਜਾਏਗੀਆਂ। ਔਰ ਹੌਲੀ ਹੌਲੀ ਕਰਕੇ ਜਦੋਂ ਅਸੀਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਨਾ, ਤੇ ਇਹ ਈਮੇਲ ਜਿਹੜੀ ਹੈ ਤੁਸੀਂ ਦੇਖੋ
ਸੁਨੇਹੇ ddpunjabi@gmail.com ਹੈ ਨਾ। ਸੋ ਕਿੰਨਾ ਵਧੀਆ ਜਿਹੜਾ ਹੈ ਨਾ, ਇੱਕ ਸੁਨੇਹੇ ਵੀ ਆ ਗਿਆ, ਡੀਡੀ ਪੰਜਾਬੀ ਵੀ ਆ ਗਿਆ ਹੈ ਨਾ, ਸਾਰਾ ਕੁਝ ਆ ਗਿਆ ਨਾ ਵਿੱਚ, ਤੇ ਕਿੰਨਾ ਵਧੀਆ ਲੱਗਦਾ ਕਿ ਮਾਹੌਲ ਇੱਕ ਸਿਰਜਿਆ ਜਾਊਗਾ। ਸੋ ਇਸ ਕਰਕੇ ਕਈ ਵਾਰੀ ਅਸੀਂ ਨਾ ਰਿਸ਼ਤਿਆਂ ਦੇ ਵਿੱਚ ਇਦਾਂ ਵੀ ਕੋਈ ਸਾਡੇ ਵਿੱਚੋਂ ਕਮੀ ਕੱਢਦਾ ਤੇ ਅਸੀਂ ਉੱਥੇ ਫਿਰ ਗਰਮ ਹੋਣਾ ਸ਼ੁਰੂ ਕਰ ਦਿੰਦੇ ਆ ਗੁੱਸੇ ਵਿੱਚ। ਸੋ ਇਸ ਕਰਕੇ ਮੂਰਖਾਂ ਦੇ ਕੋਲੋਂ ਸਿਫਤ ਸੁਣਨ ਦੇ ਨਾਲੋਂ ਸਿਆਣੇ ਬੰਦੇ ਦੀ ਝਿੜਕ ਸੁਣ ਲਓ। ਹਾਂ ਬਿਲਕੁਲ ਸਹੀ ਕਿਹਾ। ਔਰ ਜਾਂਦੇ ਜਾਂਦੇ ਤੁਸੀਂ ਇਹ ਸੁਨੇਹਾ ਦਿੱਤਾ, ਅਗਲੇ ਐਤਵਾਰ ਅਸੀਂ ਤੁਹਾਡੇ ਆਪਣਿਆਂ ਦੇ ਸੁਨੇਹੇ ਤੁਹਾਡੇ ਆਪਣਿਆਂ ਤੱਕ ਪਹੁੰਚਦਾ ਜ਼ਰੂਰ ਕਰਾਂਗੇ। ਤੁਸੀਂ ਸਾਨੂੰ ਲਿਖ ਭੇਜਣਾ। ਫਿਲਹਾਲ ਸਮਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਅਸੀਂ ਇਜਾਜ਼ਤ ਲਈਏ, ਪਰ ਤੁਹਾਨੂੰ ਬਹੁਤ ਹੀ ਖੁਸ਼ੀਆਂ ਖੇੜਿਆਂ ਦੇ ਨਾਲ ਅੱਜ ਦਾ ਦਿਨ ਮੁਬਾਰਕ ਹੋਵੇ। ਇਸ ਦੇ ਨਾਲ ਹੀ ਮੈਨੂੰ ਕਮਲਪ੍ਰੀਤ ਕੌਰ ਨੂੰ, ਮੈਨੂੰ ਗਗਨਦੀਪ ਸੋਂਦੀ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ।